ਆਸਹੀਨ ਹੋਏ ਕਾ ਨਿਕਸਿਓ ਨਿਰਾਸਰੋ ਮੈਂ ਆਸਰੋ ਨਿਹਾਰਿਓ ਏਕ ਸਖਾ ਹੋਂ ਬਡੇਰੇ ਤੁਮ ਆਇਓ ਜਿਮ ਜੋਏ ਕਾ ਜੋਰ ਪਾਏ ਮੇਰੇ ਪੈ ਅਵਾਸਤੇ ਨਿਕਾਸ ਦੀਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਚਵਰ ਛਤਰ ਤਖਤ ਜੀ ਦੇ ਮਾਲਕ ਦਸਾਂ ਹੀ ਪਾਤਸ਼ਾਹੀਓਂ ਕੀ ਆਤਮਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਜਗਤ ਗੁਰੂ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 'ਤੇ ਬਿਰਾਜਮਾਨ ਹਨ। ਬੇਅੰਤ ਸੰਗਤਾਂ ਸਤਿਗੁਰੂ ਜੀ ਦੇ ਦੀਦਾਰ ਵਾਸਤੇ ਆਉਂਦੀਆਂ ਨੇ। ਸਤਿਗੁਰੂ ਜੀ ਦੇ ਸਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਆਈਆਂ ਸੰਗਤਾਂ ਬਾਲ ਸਤਿਗੁਰਾਂ ਦੇ ਦਰਸ਼ਨ ਕਰਕੇ ਪ੍ਰਸੰਨ ਹੁੰਦੀਆਂ ਨੇ। ਸਤਿਗੁਰੂ ਜੀ ਦਾ ਵੱਡਾ ਭਰਾ ਬਾਬਾ ਪ੍ਰਿਥੀ ਚੰਦ ਜਿਹਨੇ ਪਹਿਲਾਂ ਕਈ ਯਤਨ ਕੀਤੇ ਸਾਹਿਬਜ਼ਾਦੇ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਖਤਮ ਕਰਕੇ ਤੇ ਗੱਦੀ ਮੈਂ ਲੈ ਲਵਾਂਗਾ, ਆਉਣ ਵਾਲੇ ਸਮੇਂ ਵਿੱਚ ਮੇਰਾ ਪੁੱਤਰ ਗੱਦੀ 'ਤੇ ਬੈਠੇਗਾ, ਪਰ ਸਾਰੇ ਯਤਨ ਬਿਰਥੇ ਗਏ। ਜਦੋਂ ਇਸ ਦਾ ਕਪਟ ਸਾਰਿਆਂ ਦੇ ਸਾਹਮਣੇ ਆਇਆ ਤੇ ਫਿਰ ਨਗਰ ਵਿੱਚ ਨਹੀਂ ਰਹਿ ਸਕੇ, ਦਿੱਲੀ ਜਾਣ ਦੀ ਤਿਆਰੀ ਕਰ ਲਈ। ਰਾਤ ਬਤੀਤ ਕੀਤੀ ਹੈ, ਪੈ ਰਾਤ ਰਹਿੰਦਿਆਂ ਹੀ ਉੱਠੇ ਨੇ, ਗੱਡਿਆਂ 'ਤੇ ਸਮਾਨ ਲੱਦ ਕੇ ਤੇ ਚਾਲੇ ਪਾ ਦਿੱਤੇ ਨੇ। 2 ਦਿਨ ਚੱਲੇ ਸੀ, ਰਸਤੇ ਵਿੱਚ ਕਿਸੇ ਨੇ ਖਬਰ ਦਿੱਤੀ ਹੈ ਕਿ ਤੁਹਾਡਾ ਮਿੱਤਰ ਸੁਲੀ ਖਾਂ ਜਿਹਨੂੰ ਤੁਸੀਂ ਮਿਲਣ ਵਾਸਤੇ ਚੱਲੇ ਹੋ, ਉਹ ਹੇਹਰੀ ਨਗਰ ਵਿੱਚ ਆ ਕੇ ਉਹਨੇ ਉਤਾਰਾ ਕੀਤਾ ਹੈ। ਇਹ ਹੇਹਰ ਨਗਰ ਮਹਾਨ ਕੋਸ਼ ਦੀ ਲਿਖਤ ਅਨੁਸਾਰ ਭਾਈ ਕਾਨ ਸਿੰਘ ਜੀ ਨਾਭਾ ਲਿਖਦੇ ਨੇ ਕਿ ਲਾਹੌਰ ਦੇ ਵਿੱਚ ਕੋਟ ਲਖਪਤ ਤੋਂ 8 ਮੀਲ ਦੂਰੀ 'ਤੇ ਨਗਰ ਹੈ ਤੇ ਬਾਬੇ ਪ੍ਰਿਥੀ ਚੰਦ ਦੇ ਸਹੁਰੇ ਵੀ ਉੱਥੇ ਸਨ ਅਤੇ ਇਹਨਾਂ ਦਾ ਅੰਤਲਾ ਸਮਾਂ ਵੀ ਇਸ ਹੇਹਰ ਨਗਰ ਦੇ ਵਿੱਚ ਹੋਇਆ। ਉੱਥੇ ਇਹਨਾਂ ਦੀ ਸਮਾਧ ਵੀ ਬਣੀ ਹੈ। ਸੋ ਜਦੋਂ ਪਤਾ ਲੱਗਾ ਕਿ ਮੇਰਾ ਮਿੱਤਰ ਹੇਹਰ ਨਗਰ ਵਿੱਚ ਆਇਆ ਹੈ, ਬੜੇ ਖੁਸ਼ ਹੋਏ। ਇਹ ਗੱਲ ਤਾਂ ਹੁਣ ਇੱਥੇ ਹੀ ਬਣ ਜਾਣੀ ਹੈ। ਛੇਤੀ ਨਾਲ ਆਪਣਾ ਰੁੱਖ ਜਿਹੜਾ ਸੀ ਉਹ ਹੇਹਰ ਪਿੰਡ ਵੱਲ ਕਰ ਲਿਆ। ਨਗਰ ਤੋਂ ਬਾਰ-ਬਾਰ ਜਾ ਕੇ ਉਤਾਰਾ ਕੀਤਾ ਹੈ। ਸਵੇਰ ਹੁੰਦਿਆਂ ਤਿਆਰੀ ਕਰਕੇ ਜਾ ਕੇ ਸੁਲੀ ਖਾਂ ਨੂੰ ਮਿਲੇ ਨੇ। ਪਹਿਲਾਂ ਤੇ ਜਾ ਕੇ ਸੁਲੀ ਖਾਂ ਦੀ ਬੜੀ ਸਿਫਤ ਕੀਤੀ ਹੈ ਕਿ ਗੁਰੂ ਤੇਰੀ ਪੱਤ ਰੱਖੇ ਤੇ ਤੇਰੇ ਸਾਰੇ ਕਾਰਜ ਰਾਸ ਹੋਣ, ਤੇਰਾ ਬਹੁਤਾ ਪ੍ਰਤਾਪ ਵਧੇ, ਤੇਰੇ ਸਾਰੇ ਜਿਹੜੇ ਵੈਰੀ ਨੇ ਉਹ ਖਤਮ ਹੋ ਜਾਣ। ਇਹ ਗੱਲਬਾਤ ਸੁਲੀ ਖਾਂ ਨੇ ਪ੍ਰਿਥੀ ਦੇ ਮੂੰਹੋਂ ਸੁਣੀ ਤੇ ਸੁਣ ਕੇ ਪ੍ਰਿਥੀ ਚੰਦ ਦੀ ਇਹ ਗੱਲ ਸੁਲੀ ਖਾਂ ਕਹਿਣ ਲੱਗਾ, ਆ ਮੇਰੇ ਮਿੱਤਰ, ਏਡਾ ਕਿਹੜਾ ਤੇਰਾ ਕੰਮ ਉਲਝ ਗਿਆ ਸੀ, ਤੂੰ ਆਪ ਚੱਲ ਕੇ ਆਇਓ, ਆਪਣਾ ਕੋਈ ਮਨੁੱਖ ਘਲਾ ਦਿੰਦਾ। ਮੈਂ ਤੇਰਾ ਸਖਾ ਮਿੱਤਰ ਹਾਂ, ਤੈਨੂੰ ਦਿਲੋਂ ਪ੍ਰੇਮ ਕਰਨ ਵਾਲਾ, ਤੇ ਝੱਟ ਆ ਕੇ ਤੇਰਾ ਕੰਮ ਸਵਾਰ ਦੇਣਾ ਸੀ। ਅੱਗੋਂ ਸੁਣ ਕੇ ਬਾਬੇ ਪ੍ਰਿਥੀ ਚੰਦ ਨੇ ਕਿਹਾ, ਕਹਿਣ ਲੱਗਾ ਮੇਰੀ ਗੱਲ ਸੁਣੋ, ਪਹਿਲਾਂ ਜਦੋਂ ਤੁਸੀਂ ਆਏ ਸੀ ਉਦੋਂ ਤਾਂ ਮੇਰਾ ਭਰਾ ਨਗਰ ਛੱਡ ਕੇ ਇੱਕ ਪਿੰਡ ਵਿੱਚ ਜਾ ਵਸਿਆ ਸੀ, ਵਡਾਲੀ ਨਗਰ ਵਿੱਚ। 3 ਸਾਲ ਉੱਥੇ ਰਹੇ ਨੇ, ਬਾਅਦ ਵਿੱਚ ਫਿਰ ਆ ਗਏ। 2 ਸਾਲ ਸੁੱਖ ਦੇ ਨਾਲ ਬਤੀਤ ਕੀਤੇ ਤੇ ਹੁਣ ਮੇਰੇ ਨਾਲ ਝਗੜਾ ਕੀਤਾ ਹੈ ਤੇ ਮੈਨੂੰ ਪਿੰਡ ਵਿੱਚੋਂ, ਅੰਮ੍ਰਿਤਸਰ ਸ਼ਹਿਰ ਵਿੱਚੋਂ ਬਾਹਰ ਕਢਾ ਦਿੱਤਾ ਹੈ। ਪਿਤਾ ਨੇ ਵੀ ਗਲਤ ਕੀਤਾ ਤੇ ਅਯੋਗ ਇਹ ਜਿਹੜੀ ਗੱਦੀ ਸੀ ਇਹਨਾਂ ਨੂੰ ਦਿੱਤੀ ਹੈ। ਇਹ ਗੱਦੀ ਦਾ ਹੱਕ ਮੇਰਾ ਸੀ,
ਨਾ ਤੇ ਉਹ ਕਿਸੇ ਬਾਦਸ਼ਾਹ ਨੂੰ ਮੰਨਦੇ ਨੇ, ਨਾ ਕਿਸੇ ਹਾਕਮ ਨੂੰ, ਕਿਸੇ ਦਾ ਡਰ ਨਹੀਂ ਹੈ। ਮਨ ਵਿੱਚ ਬੜਾ ਹੰਕਾਰ ਵਧਾਇਆ ਹੈ। ਚਾਰੇ ਪਾਸੋਂ ਸੰਗਤਾਂ ਭੇਟਾਵਾਂ ਚੜਾਉਂਦੀਆਂ ਨੇ, ਲੋਕ ਆ ਕੇ ਸਿਰ ਨਵਾਉਂਦੇ, ਮੱਥਾ ਟੇਕਦੇ ਨੇ। ਇਸੇ ਕਰਕੇ ਹੰਕਾਰ ਹੈ ਤੇ ਮੇਰੇ ਨਾਲ ਝਗੜਾ ਕਰਦੇ ਨੇ। ਤੇ ਜਿਹੜੀ ਪੁਰੀ ਅੰਮ੍ਰਿਤਸਰ, ਉੱਥੋਂ ਮੈਨੂੰ ਬਾਹਰ ਕਢਾ ਦਿੱਤਾ। ਆਪਣੇ ਲੋਕਾਂ ਤੋਂ ਮੇਰੀ ਨਿੰਦਾ ਕਰਾਉਂਦੇ ਨੇ ਤੇ ਜਿਹੜੇ ਸਾਡੇ ਲੋਕ ਸਨ ਉਹਨਾਂ ਨੂੰ ਵੀ ਵਿਗਾੜ ਦਿੱਤਾ ਹੈ। ਪੂਜਾ ਕਰਾਉਂਦੇ ਨੇ ਆਪਣੀ, ਆਪਣੇ ਸਮਾਨ ਹੋਰ ਦੂਜਾ ਕਿਸੇ ਨੂੰ ਨਹੀਂ ਮੰਨਦੇ, ਇਉਂ ਆਪਣੀ ਵਡਿਆਈ ਕਰਾ ਰਹੇ ਨੇ। ਇਹ ਗੱਲਬਾਤ ਆ ਕੇ ਪ੍ਰਿਥੀ ਚੰਦ ਜੀ ਨੇ ਸੋਲੀ ਖਾਂ ਨੂੰ ਦੱਸੀ ਹੈ। ਜਿਸ ਤਰ੍ਹਾਂ ਸੋਲੀ ਖਾਂ, ਕਿਉਂਕਿ ਹਕੂਮਤ ਪਹਿਲਾਂ ਤੋਂ ਹੀ ਚਾਹੁੰਦੀ ਸੀ, ਜਿਹੜੀ ਤੁਝ ਕੇ ਜਹਾਂਗੀਰੀ ਵਿੱਚ ਜਹਾਂਗੀਰ ਦੀ ਲਿਖਤ ਹੈ ਕਿ ਮੈਂ ਬਹੁਤ ਸਮੇਂ ਤੋਂ ਦਾ ਲਾ ਰਿਹਾ ਸੀ ਕਿ ਗੁਰੂ ਨਾਨਕ ਸਾਹਿਬ ਦੇ ਘਰ ਦੀ ਗੱਦੀ ਨੂੰ ਕਿਸ ਤਰ੍ਹਾਂ ਖਤਮ ਕਰ ਸਕਾਂ। ਤੇ ਜਹਾਂਗੀਰ ਵੱਲੋਂ ਭੇਜਿਆ ਹੋਇਆ ਸੋਲੀ ਖਾਂ ਇੱਥੇ ਪਹੁੰਚਦਾ ਹੈ। ਹੁਣ ਪ੍ਰਿਥੀ ਚੰਦ ਦੀ ਗੱਲ ਸੁਣ ਕੇ ਜਿਸ ਤਰ੍ਹਾਂ ਇਹਨਾਂ ਦੀ ਆਪਸ ਵਿੱਚ ਸਲਾਹ ਹੋਵੇਗੀ ਕਿ ਆਪਾਂ ਇਸੇ ਨਗਰ ਵਰਗਾ, ਅੰਮ੍ਰਿਤਸਰ ਨਗਰ ਵਰਗਾ ਹਰਿਮੰਦਰ ਸਾਹਿਬ ਇੱਥੇ ਬਣਾ ਲੈਂਦੇ ਹਾਂ, ਇੱਥੇ ਸਰੋਵਰ ਬਣਾ ਲੈਂਦੇ ਹਾਂ। ਵੇਖੀ ਫਿਰ ਕਿੰਨੀਆਂ ਸੰਗਤਾਂ ਇੱਥੇ ਆਉਣਗੀਆਂ, ਉਹਨਾਂ ਦੀ ਮਹਿਮਾ ਘਟ ਜਾਵੇ। ਪਰ ਜਿੱਥੇ ਸੱਚ ਹੈ ਉਹ ਸਦੀਵ ਕਾਲ ਰਹਿੰਦਾ ਹੈ। ਝੂਠ ਦਿਸਦਾ ਭਾਵੇਂ ਸੋਹਣਾ ਹੈ ਪਰ ਉਹਦੀ ਮਿਆਦ ਬਹੁਤੀ ਨਹੀਂ ਹੁੰਦੀ। ਆਓ ਜਿਸ ਤਰ੍ਹਾਂ ਦੀ ਲੜੀਵਾਰ ਕਥਾ ਆ ਰਹੀ ਹੈ, ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਇਕਾਗਰ ਕਰੀਏ। ਸਤਿਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਜੀਵਨ ਕੌਤਕਾਂ ਦੀ ਕਥਾ ਹੈ। ਇਸ ਪਾਵਨ ਅੰਮ੍ਰਿਤ ਨੂੰ ਕੰਨਾਂ ਨੂੰ ਡੂਨੇ ਬਣਾ ਕੇ ਪੀਣ ਦਾ ਯਤਨ ਕਰੀਏ। ਆਪ ਸਮੁੱਚੀ ਹੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ। ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੋਰ ਪਾਏ ਮੇਰੇ ਪੈ ਨਿਵ ਅਵਾਸਤੇ ਨਿਕਾਸ ਦੀਨਾ। ਬਾਬਾ ਪ੍ਰਿਥੀ ਚੰਦ ਸੋਲੀ ਖਾਂ ਨੂੰ ਕਹਿੰਦੇ ਨੇ ਕਿ ਮੇਰੇ ਉੱਤੇ ਉਹਨਾਂ ਨੇ ਆਪਣਾ ਬੜਾ ਜ਼ੋਰ ਚਲਾਇਆ ਤੇ ਮੈਨੂੰ ਮੇਰੇ ਘਰੋਂ ਅੰਮ੍ਰਿਤਸਰ ਤੋਂ ਕੱਢ ਦਿੱਤਾ ਹੈ। ਆਪਨੋ ਪ੍ਰਕਾਸ਼ ਕੀਨ ਤਰਾਸਹੀਨ ਹੋਏ ਕਾ। ਡਰ ਤੋਂ ਰਹਿਤ ਹੋ ਗਏ, ਕਿਸੇ ਦਾ ਡਰ ਮੰਨਦੇ ਨਹੀਂ। ਬਸ ਆਪਣਾ ਹੀ ਸਾਰੀਆਂ ਥਾਵਾਂ ਤੇ ਪ੍ਰਕਾਸ਼ ਵਧਾਇਆ ਹੈ, ਆਪਣਾ ਹੀ ਪ੍ਰਤਾਪ ਵਧਾ ਰਹੇ ਹਨ। ਨਿਕਾਸਿਓ ਨਿਰਾਸਰੋ ਮੈਂ ਆਸਰੋ ਨਿਹਾਰਿਓ ਏਕ। ਮੇਰੇ ਕੋਲ ਕੋਈ ਆਸਰਾ ਨਹੀਂ ਸੀ ਤੇ ਮੈਨੂੰ ਨਗਰ ਚੋਂ ਬਾਹਰ ਕੱਢਿਆ ਏ। ਮੈਂ ਨਿਆਸਰਾ ਹਾਂ ਤੇ ਮੈਂ ਤੁਹਾਡਾ ਆਸਰਾ ਤੱਕਿਆ ਏ। ਐ ਸੋਲੀ ਖਾਂ ਮੇਰੇ ਮਿੱਤਰ, ਮੇਰਾ ਤੇ ਇੱਕ ਤੂੰ ਹੀ ਆਸਰਾ ਹੈ। ਪਰ ਜਿਨ੍ਹਾਂ ਦੀ ਬਰਾਬਰੀ ਕਰਨੀ ਚਾਹ ਰਿਹਾ ਹੈ ਉਹਨਾਂ ਨੂੰ ਤੇ ਆਸਰਾ ਇੱਕ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦਾ ਹੈ, ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਹੈ। ਤੇ ਜੇ ਇਸ ਘਰ ਦੇ ਅੱਗੇ ਸਾਰੇ ਹੀ ਆ ਕੇ ਨਿਆਉਂਦੇ ਨੇ। ਇਹ ਪਾਤਸ਼ਾਹੀਆਂ ਤੇ ਕੁਝ ਵਕਤੀ ਹਨ, ਸਮਾਂ ਦੇਖ ਲਈਏ ਆਪਣੀ ਚਾਲ ਚੱਲਦਾ ਹੈ। ਇਤਿਹਾਸ ਗਵਾਹ ਹੈ ਕਿ ਵੱਡੇ ਵੱਡੇ ਰਾਜੇ ਸੰਸਾਰ ਵਿੱਚ ਆਏ, ਜਿਨ੍ਹਾਂ ਨੂੰ ਹਕੂਮਤ ਦਾ ਨਸ਼ਾ ਸੀ ਸਿਰ ਤੇ, ਉਹ ਆਪਣੀਆਂ ਚੰਮਦੀਆਂ ਚਲਾ ਕੇ ਸੰਸਾਰ ਤੋਂ ਤੁਰਦੇ ਬਣੇ। ਜਿਹਦਾ ਜ਼ਿਕਰ ਧੰਨ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ, ਸਾਹਿਬ ਕਮਾਲ ਦਸ਼ਮੇਸ਼ ਪਿਤਾ ਚੋਜੀ ਪ੍ਰੀਤਮ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਵਈਆਂ ਵਿੱਚ ਕੀਤਾ ਹੈ। ਏਤੇ ਭਏ ਤੋ ਕਹਾਂ ਭਏ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪੰਧਾਰੇ। ਇੰਨੇ ਰਾਜੇ ਹੋਏ ਫਿਰ ਕੀ ਹੋਇਆ, ਜਿਨ੍ਹਾਂ ਦਾ ਜ਼ਿਕਰ ਸਤਿਗੁਰੂ ਜੀ ਨੇ ਉਪਰੋਕਤ ਪਿੱਛੇ ਕੀਤਾ ਹੈ ਸਵਈਆਂ ਦੇ ਵਿੱਚ, ਕਿ ਵੱਡੇ ਵੱਡੇ ਰਾਜੇ ਜਿਨ੍ਹਾਂ ਦੇ ਅੱਗੇ ਕਈ ਛਤਰ ਝੁੱਲਦੇ ਸਨ। 12 ਜੋਜਰ ਛਤਰ ਚਲੈ ਥਾ ਦੇਹੀ ਗਿਰਜ ਨਾ ਖਾਈ। ਸੋ ਐਸੇ ਰਾਜੇ ਵੀ ਹੋਏ ਜਿਨ੍ਹਾਂ ਦੇ ਸਿਰ ਤੋਂ ਛਤਰ ਨਹੀਂ ਸੀ ਹਟਦਾ, ਪਰ ਉਹਨਾਂ ਰਾਜਿਆਂ ਦੀ ਦੇਹੀ ਫਿਰ ਗਿਲਜਾਂ ਨੇ ਵੀ ਨਾ ਖਾਧੀ। ਇੰਨੀ ਉਹਨਾਂ ਦੀ ਬੁਰੀ ਹਾਲਤ ਹੋਈ ਹੈ। ਇਸ ਲਈ ਪਰ ਜਿਹੜੇ ਲੋਕ ਸੰਸਾਰਿਕ ਬਿਰਤੀ ਰੱਖਦੇ ਨੇ ਉਹਨਾਂ ਨੂੰ ਮਾਣ, ਉਹਨਾਂ ਨੂੰ ਭਰੋਸਾ ਮਨੁੱਖਾਂ ਦਾ ਹੁੰਦਾ ਏ। ਜਿਸ ਤਰ੍ਹਾਂ ਪ੍ਰਿਥੀ ਚੰਦ ਨੇ ਸੋਲੀ ਖਾਂ ਦਾ ਆ ਕੇ ਤੱਕਿਆ, ਕਹਿਣ ਲੱਗਾ ਕਿ ਮੈਨੂੰ ਤਾਂ ਆਸਰਾ ਹੀ ਕੋਈ ਨਹੀਂ ਸੀ, ਹੁਣ ਮੈਨੂੰ ਨਗਰ ਅੰਮ੍ਰਿਤਸਰ ਤੋਂ ਬਾਹਰ ਕੱਢਿਆ ਤੇ ਮੈਂ ਤੇਰਾ ਆਸਰਾ ਤੱਕ ਕੇ ਤੇਰੇ ਕੋਲ ਆਇਆ ਹਾਂ। ਸਖਾ ਹੋਂ ਬਡੇਰੀ ਤੁਮ ਆਇਓ ਇਮ ਜੋਏ ਕਾ। ਮੇਰਾ ਤੂੰ ਵੱਡਾ ਸਖਾ ਏ
ਤੇ ਮੈਂ ਤੈਨੂੰ ਵੇਖ ਕੇ ਤੇਰੇ ਵੱਲ ਆਇਆ ਹਾਂ। ਤੇਰੇ ਬਿਨ ਕੋ ਨਾ ਸਹਾਇਕ ਹਮਾਰੋ ਜਗ। ਤੇਰੇ ਤੋਂ ਬਿਨਾਂ ਜਗਤ ਵਿੱਚ ਸੰਸਾਰ ਵਿੱਚ ਮੇਰਾ ਕੋਈ ਸਹਾਇਕ ਨਹੀਂ ਹੈ, ਮੇਰੀ ਰੱਖਿਆ ਕਰਨ ਵਾਲਾ ਨਹੀਂ ਹੈ। ਤੋਹੀ ਕੋ ਅਸੀਸ ਦੇਤ ਨੀਤ ਅਵਲੋਏ ਕਾ। ਇਹਨੂੰ ਦੇਖ ਕਰਕੇ ਮੈਂ ਨਿਤਾ ਪ੍ਰਤੀ ਤੈਨੂੰ ਅਸੀਸਾਂ ਦੇਣਾ ਹਾਂ। ਗਾਦੀ ਪੇ ਹੈ ਪਿਤਾ ਕੀ ਪਦ ਊਜ ਗੁਰਤਾ ਕੀ ਸ਼ੁਭ। ਹਾਂ, ਮੇਰੇ ਭਰਾ ਨੇ ਜਿਹੜੀ ਸ਼ੁਭ ਗੱਦੀ ਸੀ ਨਾ, ਉੱਚੀ ਪਦਵੀ ਪਿਤਾ ਦੀ, ਉਹ ਲਈ ਹੈ। ਮੋਹੀ ਕੋ ਦਵਾਏ ਦੇਹੋ ਦੋਏ ਨ ਤੇ ਖੋਏ ਕਾ। ਦੋਨਾਂ ਪਾਸੋਂ ਗੱਦੀ ਖੋ ਕੇ ਗੁਰੂ ਅਰਜਨ ਦੇਵ ਸਾਹਿਬ ਪਾਸੋਂ ਤੇ ਮਹਾਂਦੇਵ ਵੀ ਕਿਤੇ ਗੱਦੀ ਦਾ ਹੱਕਦਾਰ ਨਾ ਬਣ ਜਾਵੇ, ਇਹਨਾਂ ਦੋਨਾਂ ਪਾਸੋਂ ਗੱਦੀ ਖੋ ਕੇ ਤੇ ਮੈਨੂੰ ਦਵਾਓ, ਕਿਉਂਕਿ ਮੈਂ ਤਾਂ ਵੱਡਾ ਤੇ ਗੱਦੀ ਦਾ ਹੱਕ ਮੇਰਾ ਹੈ। ਸੁਲਹੀ ਪਠਾਨ ਕ੍ਰੋਧ ਧਾਰ ਕੈ ਮਹਾਨ ਭਣੈ। ਇਹ ਜਿਹੜਾ ਪਠਾਨ ਸੁਲੀ ਖਾਂ ਸੀ, ਇਹ ਸੁਣ ਕੇ ਤੇ ਬੜੇ ਗੁੱਸੇ ਵਿੱਚ ਆਇਆ ਤੇ ਇਹੋ ਹੀ ਕੰਮ ਕਰਾਉਣ ਵਾਸਤੇ ਸੀ। ਪਰ ਇਸ ਨੇ ਬਾਬੇ ਪ੍ਰਿਥੀ ਚੰਦ ਨੂੰ ਦੱਸਿਆ ਕਿ ਤੇਰੀ ਗੱਲ ਸੁਣ ਕੇ ਮੈਨੂੰ ਬੜਾ ਗੁੱਸਾ ਆਇਆ। ਜਿਸ ਤਰ੍ਹਾਂ ਕੋਈ ਕਿਸੇ ਦਾ ਮਿੱਤਰ ਹੋਵੇ ਤੇ ਕਿਸੇ ਬਾਰੇ ਕੋਈ ਗੱਲ ਸੁਣੇ ਆਪਣੇ ਮਿੱਤਰ ਦੇ ਵਿਰੋਧ ਦੇ ਵਿੱਚ, ਤੇ ਸੁਣ ਕੇ ਗੁੱਸੇ ਵਿੱਚ ਆ ਕੇ ਦੱਸਦਾ ਕਿ ਮੇਰਾ ਤੇਰੇ ਨਾਲੋਂ ਦਿਲੋਂ ਸਨੇਹ ਹੈ, ਤੇਰਾ ਨੁਕਸਾਨ ਮੇਰਾ ਆਪਣਾ ਨੁਕਸਾਨ ਹੈ, ਤੈਨੂੰ ਦੁੱਖ ਮਿਲਿਆ ਮੈਂ ਵੀ ਦੁਖੀ ਹਾਂ। ਇਹ ਗੱਲ ਸੁਣ ਕੇ ਸੁਲੀ ਖਾਂ ਨੇ ਦਿਖਾਇਆ ਕਿ ਮੈਨੂੰ ਗੱਲ ਸੁਣ ਕੇ ਬੜਾ ਗੁੱਸਾ ਆਇਆ ਹੈ। ਅਬ ਲਗ ਤੇਰੇ ਸੰਗ ਬਾਦ ਸੋ ਉਠਾਵਈ। ਹੁਣ ਤੱਕ ਤੇਰੇ ਨਾਲ ਉਹ ਝਗੜਾ ਕਰ ਰਹੇ ਹਨ। ਸਮਝਿਓ ਨਾ ਜੋਰ ਨਾ ਬਿਲੋ ਕਿਉ ਹਮੇ ਔਰ ਤੇਨਾ। ਮੇਰੇ ਜ਼ੋਰ ਅੱਗੇ ਮੇਰਾ ਜ਼ੋਰ ਉਹਨਾਂ ਨੂੰ ਸਮਝ ਵਿੱਚ ਨਹੀਂ ਆਇਆ ਤੇ ਨਾ ਹੀ ਉਹਨਾਂ ਨੇ ਮੇਰੀ ਤਰਫ ਹਲੇ ਦੇਖਿਆ ਹੈ। ਮਾਲਕ ਮੁਲਕ ਕੋ ਨਾ ਜਾਣ ਤਰਾਸ ਪਾਵਹੀ। ਅਸੀਂ ਮੁਲਕ ਦੇ ਮਾਲਕ ਹਾਂ ਤੇ ਇਹਨੂੰ ਸਾਡੇ ਤੋਂ ਡਰ ਨਹੀਂ ਲੱਗਦਾ ਕਿ ਇੱਕ ਮੁਲਕ ਦਾ ਮਾਲਕ, ਪਰ ਇਸ ਮੁਲਕ ਦੇ ਵਿੱਚ ਕਈ ਰਾਜੇ ਹੋ ਕੇ ਚਲੇ ਗਏ ਜਿਨ੍ਹਾਂ ਦਾ ਅੱਜ ਨਾਮੋ ਨਿਸ਼ਾਨ ਹੀ ਨਹੀਂ ਹੈ। ਔਰੰਗਜ਼ੇਬ ਵੀ ਕਹਿੰਦਾ ਸੀ ਕਿ ਮੇਰੇ ਵਰਗਾ ਮੇਰੇ ਸਦਰਸ਼ ਹੋਰ ਕੋਈ ਹੈ ਹੀ ਨਹੀਂ ਦੂਜਾ, ਤਾਂ ਹੀ ਉਹ ਇੰਨਾ ਜ਼ੁਲਮ ਕੀਤਾ। ਜਿੰਨੇ ਵੀ ਵੱਡੇ ਵੱਡੇ ਸਥਾਨਾਂ ਦੇ ਮੰਦਰ ਸਨ ਉਹ ਢਹਿ ਢੇਰੀ ਕੀਤੇ ਗਏ ਔਰੰਗਜ਼ੇਬ ਵੱਲੋਂ। ਤੇ ਅੱਜ ਉਸ ਔਰੰਗਜ਼ੇਬ ਦੀ ਕਬਰ ਤੇ ਦੀਵਾ ਕੌਣ ਜਗਾ ਰਿਹਾ ਹੈ? ਕੋਈ ਜਗਾਉਣ ਵਾਲਾ ਨਹੀਂ ਦਿਸਦਾ। ਇਸ ਲਈ ਵੱਡੇ ਵੱਡੇ ਰਾਜੇ ਰਾਵਣ ਵਰਗੇ ਹੋਏ, ਜਿਨ੍ਹਾਂ ਦੇ ਬਾਰੇ ਆਪਾਂ ਪੜ੍ਹਦੇ ਹਾਂ 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਕਰ ਦਿਆ ਨਾ ਬਾਤੀ। ਪਰ ਇਸ ਗੱਲ ਦਾ ਮਾਣ ਸੁਲੀ ਖਾਂ ਨੂੰ ਹੈ ਤੇ ਕਹਿ ਕਿੰਨਾਂ ਨੂੰ ਰਿਹਾ ਹੈ, ਜਿਨ੍ਹਾਂ ਬਾਰੇ ਭੱਟ ਜੀ ਕਹਿ ਰਹੇ ਨੇ ਗੁਰ ਅਰਜਨ ਪ੍ਰਤੱਖ ਹਰ, ਤੇ ਪ੍ਰਤੱਖ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਕਿਸ ਦਾ ਜ਼ੋਰ ਚੱਲ ਸਕਦਾ ਏ। ਇਹ ਤਾਂ ਜਿੰਨੇ ਭੁੱਲ ਕੇ ਗਲਤੀਆਂ ਕੀਤੀਆਂ ਬਾਅਦ ਵਿੱਚ ਪਛਤਾਉਣਾ ਹੀ ਪਿਆ। ਕਹਿਣ ਲੱਗਾ ਜਾਣਦੇ ਨਹੀਂ ਅਸੀਂ ਇਸ ਮੁਲਕ ਦੇ ਬਾਦਸ਼ਾਹ ਹਾਂ, ਮੁਲਕ ਦੇ ਮਾਲਕ ਹਾਂ। ਤੇਰੇ ਹੇਤ ਗਇਓ ਤਬ ਸਖਾ ਹੈ ਲਗਤ ਨੀਕੀ। ਐ ਪ੍ਰਿਥੀ ਚੰਦ ਤੂੰ ਹੈ ਮੇਰਾ ਮਿੱਤਰ, ਤੈਨੂੰ ਆਪਣਾ ਜਾਣ ਕੇ ਤੇਰੇ ਹਿੱਤ ਵਾਸਤੇ ਮੈਂ ਪਹਿਲਾਂ ਅੰਮ੍ਰਿਤਸਰ ਆਇਆ ਸੀ। ਗਇਓ ਪੁਰਸ਼ੂਰ ਸੋ ਪ੍ਰਸੰਗ ਬਿਸਰਾਵਹੀ। ਉਦੋਂ ਇਹ ਨਗਰ ਅੰਮ੍ਰਿਤਸਰ ਛੱਡ ਕੇ ਚਲੇ ਗਏ ਸਨ ਤੇ ਤਾਂ ਗੱਲ ਮੈਂ ਭੁਲਾ ਹੀ ਦਿੱਤੀ ਸੀ। ਦੇਉ ਮੈਂ ਸਜਾਈ ਇਸ ਬਾਤ ਕੀ ਸਮਰੱਥ ਮੋਹੇ। ਹੁਣ ਮੈਂ ਇਹਨਾਂ ਨੂੰ ਇਸ ਗੱਲ ਦੀ ਸਜ਼ਾ ਦਵਾਂਗਾ ਜਿਹੜਾ ਉਹਨਾਂ ਨੇ ਤੇਰੇ ਨਾਲ ਧੱਕਾ ਕੀਤਾ ਹੈ ਨਾ, ਇਹਨਾਂ ਨੂੰ ਇਸ ਬਾਰੇ ਖਬਰ ਨਹੀਂ ਕਿ ਤੂੰ ਮੇਰਾ ਮਿੱਤਰ ਹੈ ਤੇ ਅਸੀਂ ਮੁਲਕ ਦੇ ਬਾਦਸ਼ਾਹ ਹਾਂ, ਤੇ ਬਾਦਸ਼ਾਹ ਜਿਹੜਾ ਮੁਲਕ ਦਾ ਹੋਵੇ ਉਹਦੇ ਨਾਲ ਮੱਥਾ ਲਾਉਣਾ ਕੋਈ ਚੰਗੀ ਗੱਲ ਨਹੀਂ, ਭਲਾਈ ਵਾਲੀ ਗੱਲ ਨਹੀਂ। ਇਸ ਲਈ ਹੁਣ ਮੈਂ ਇਹਨਾਂ ਨੂੰ ਸਜ਼ਾ ਦਵਾਂਗਾ, ਕਿਉਂਕਿ ਮੈਂ ਹਰ ਕੰਮ ਕਰਨ ਵਿੱਚ ਸਮਰੱਥ ਹਾਂ। ਸਮਰੱਥ ਤਾਂ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਸਮਰੱਥ ਤਾਂ ਉਹਦੇ ਪਿਆਰੇ ਹਨ। ਪਰ ਬੰਦੇ ਨੂੰ ਭਰਮ ਪੈਦਾ ਹੋ ਜਾਂਦਾ ਹੈ ਕਿ ਮੇਰੇ ਕੋਲ ਬੜੀ ਤਾਕਤ ਹੈ, ਮੈਂ ਬਾਦਸ਼ਾਹ, ਮੈਂ ਰਾਜਾ, ਮੈਂ ਹਾਕਮ, ਤੇ ਮੇਰੇ ਕੋਲ ਬੜੀ ਸਮਰੱਥਾ ਹੈ, ਮੈਂ ਜੋ ਚਾਹਾਂ ਕੁਝ ਕਰ ਸਕਦਾ ਹਾਂ। ਇਸ ਗੱਲ ਦਾ ਮਾਣ ਸੁਲੀ ਖਾਂ ਨੂੰ ਸੀ ਤੇ ਸੁਲੀ ਖਾਂ ਤੇ ਮਾਣ ਸੀ ਪ੍ਰਿਥੀ ਚੰਦ ਨੂੰ। ਸੁਲੀ ਖਾਂ ਸੁਣ ਕੇ ਕਹਿੰਦਾ ਹੈ ਕਿ ਮੈਂ ਇਹਨਾਂ ਨੂੰ ਜੋ ਚਾਹਾਂ ਸਜ਼ਾ ਦੇ ਸਕਦਾ, ਮੈਂ ਹਰ ਕੰਮ ਕਰਨ ਵਿੱਚ ਸਮਰੱਥ ਹਾਂ। ਤਉ ਪਾਤਸ਼ਾਹ ਪਾਸ ਜਾਏ ਕੈ ਸੁਨਾਵਹੀ। ਪਰ ਫਿਰ ਵੀ ਆਪਾਂ ਨੂੰ ਇਹ ਗੱਲ ਜਿਹੜੀ ਹੈ ਬਾਦਸ਼ਾਹ ਦੇ ਕੋਲ ਜਾ ਕੇ ਸੁਣਾਉਣੀ ਚਾਹੀਦੀ। ਹੋ ਸਕਦਾ ਹੈ ਕਿ ਬਾਦਸ਼ਾਹ ਵੱਲੋਂ ਹੀ ਗੱਲਾਂ ਚਲਾਈਆਂ ਗਈਆਂ ਹੋਣ ਜਹਾਂਗੀਰ ਵੱਲੋਂ, ਪਰ ਇੱਥੇ ਦਿਖਾਉਂਦਾ ਇਹ ਹੈ ਕਿ ਪ੍ਰਿਥੀ ਚੰਦ ਕਰ ਤਾਂ ਮੈਂ ਸਾਰਾ ਕੁਝ ਸਕਦਾ ਤੇਰੇ ਲਈ, ਪਰ ਫਿਰ ਵੀ ਆਪਾਂ ਬਾਦਸ਼ਾਹ ਦੇ ਕੋਲੇ ਖਬਰ ਲੈ ਕੇ ਜਾਵਾਂਗੇ, ਬਾਦਸ਼ਾਹ ਦੇ ਕੋਲੇ ਖਬਰ ਪਹੁੰਚਾਵਾਂਗੇ। ਫੇਰ ਗਹਿ ਲੈ ਹੈ ਨਾ ਸੰਦੇਹ ਉਪਜੈ ਹੈ। ਫਿਰ ਆਪਾਂ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ, ਫੜ ਲਵਾਂਗੇ ਤੇ ਮਨ ਵਿੱਚ ਕੋਈ ਸ਼ੰਕਾ ਨਹੀਂ ਰਹੇਗਾ। ਸਭ ਗੁਰਤਾ ਕੋ ਦਹਿ ਤੁਝ ਕੋਈ ਨਾ ਮਿਟਾਵਈ। ਸਾਰੀ ਗੁਰਤਾ ਫਿਰ ਤੇਰੇ ਹਿੱਸੇ ਆਵੇਗੀ
ਤੈਨੂੰ ਕੋਈ ਫਿਰ ਦੂਜਾ ਹਟਾ ਨਹੀਂ ਸਕੇਗਾ। ਅਬ ਮੋਹਿ ਕਾਜ ਸੌਂਪ ਭੇਜਿਓ ਮਾਝੇ ਦੇਸ਼ ਪਰ। ਹੁਣ ਬਾਦਸ਼ਾਹ ਨੇ ਮੈਨੂੰ ਮਾਝੇ ਦੇ ਇਲਾਕੇ ਦੇ ਵਿੱਚ ਵੱਡਾ ਕੰਮ ਦੇ ਕੇ ਭੇਜਿਆ ਹੈ। ਦਰਬ ਸਰਬ ਕੋ ਮੰਗਾਵੋ ਏਕ ਥਾਂ ਵਹੀ। ਸਾਰੇ ਨਗਰਾਂ ਤੋਂ ਮੈਂ ਧਨ ਇਕੱਠਾ ਕਰਕੇ ਇਸ ਜਗ੍ਹਾ ਮੰਗਵਾਵਾਂਗਾ। ਕਰੋ ਗਰਾਹੀ ਬ੍ਰਿੰਦ ਪੈਸੇ ਪਾਤਸ਼ਾਹੀ ਲੇਵੋ। ਵੱਡੀ ਉਗਰਾਹੀ ਕਰਾਂਗਾ ਤੇ ਪਾਤਸ਼ਾਹੀ ਪੈਸੇ ਜਿਹੜੇ ਨੇ ਉਹ ਸਾਰਿਆਂ ਪਾਸੋਂ ਲਵਾਂਗਾ। ਰਹੋਂ ਚਿਰਕਾਲ ਮੈਂ ਵਿਸਾਲ ਧਨ ਪਾਵਈ। ਕੁਝ ਸਮਾਂ ਮੈਂ ਹੇਹਰ ਪਿੰਡ ਵਿੱਚ ਰਹਾਂਗਾ। ਇੱਥੇ ਰਹਿ ਕੇ ਜਿਹੜੀ ਅਗੁਰਾਈ ਕਰਨ ਆਇਆ ਹਾਂ ਉਹ ਸਾਰੀ ਅਗੁਰਾਈ ਦਾ ਧਨ ਇਕੱਠਾ ਕਰਾਂਗਾ ਇੱਥੇ। ਫੇਰ ਦਿੱਲੀ ਜਾਵਈ ਪ੍ਰਸੰਗ ਕੋ ਮਿਟ ਸੁਨਾਵਈ। ਫਿਰ ਮੈਂ ਦਿੱਲੀ ਜਾਵਾਂਗਾ ਤੇ ਤੇਰੀ ਸਾਰੀ ਗੱਲਬਾਤ ਬਾਦਸ਼ਾਹ ਦੇ ਅੱਗੇ ਜਹਾਂਗੀਰ ਦੇ ਅੱਗੇ ਰੱਖਾਂਗਾ। ਸ਼ਤਾਬ ਬਿਲਵਾਵਈ ਸੋਨਿਆਓ ਕੋ ਚੁਕਾਵਈ। ਛੇਤੀ ਫਿਰ ਤੈਨੂੰ ਉੱਥੇ ਦਿੱਲੀ ਬੁਲਾਵਾਂਗੇ ਤੇ ਤੇਰੇ ਨਾਲ ਅਸੀਂ ਨਿਆਂ ਕਰਾਂਗੇ। ਝਗਰੇ ਮਿਟਾਏ ਸਿੱਖ ਸਗਰੇ ਸ਼ਰਨ ਪਾਏ। ਸਾਰੇ ਝਗਰੇ ਮਿਟ ਜਾਣਗੇ ਤੇ ਜਿੰਨੀਆਂ ਵੀ ਸਿੱਖ ਸੰਗਤਾਂ ਨੇ ਤੇਰੇ ਸ਼ਰਨ ਵਿੱਚ ਪਾ ਦੇਵਾਂਗੇ। ਨਗਰੀ ਬਿਠਾਏ ਗੁਰੂ ਤੋਹੇ ਕੋ ਬਨਾਵਈ। ਅੰਮ੍ਰਿਤਸਰ ਨਗਰ ਵਿੱਚ ਤੈਨੂੰ ਬਿਠਾਵਾਂਗੇ ਗੁਰੂ ਬਣਾ ਕੇ ਤੇ ਫਿਰ ਗੁਰੂ ਤੈਨੂੰ ਬਣਾਵਾਂਗੇ। ਕਰੋ ਉਪਕਾਰ ਨਿਜ ਸਖਾ ਪੈ ਜਗਤ ਜਾਣੈ। ਹਾਂ ਤੇ ਮੈਂ ਤੇਰੇ ਉੱਤੇ ਉਪਕਾਰ ਕਰਾਂਗਾ। ਸਾਰੇ ਲੋਕ ਜਾਣਨਗੇ ਕਿ ਵੇਖੋ ਸੁਲੀ ਖਾਂ ਨੇ ਆਪਣੇ ਮਿੱਤਰ ਤੇ ਕਿੰਨਾ ਵੱਡਾ ਉਪਕਾਰ ਕੀਤਾ ਏ। ਸਕਲ ਉਪਾਇਨ ਕੋ ਲਿਹੋ ਹਰ ਖਾਵਈ। ਸਾਰੀਆਂ ਭੇਟਾਵਾਂ ਲੋਕ ਤੈਨੂੰ ਚੜਾਉਣਗੇ, ਪ੍ਰਸੰਨ ਹੋ ਕੇ ਉਹਨਾਂ ਪਾਸੋਂ ਲਵੀਂ। ਹੋਏ ਹੈ ਅਸ਼ਤਰੂ ਫਲ ਲੀਜੈ ਮਿਰਤੂ ਹੋਣ ਹੂੰ ਕੋ। ਤੇ ਤੈਨੂੰ ਇਹ ਫਲ ਜਿਹੜਾ ਮਿਲੇਗਾ ਕਿ ਤੂੰ ਮੇਰਾ ਮਿੱਤਰ ਹੈ, ਤੈਨੂੰ ਵੱਡਾ ਫਲ ਦਵਾਂਗੇ। ਐਸ਼ਵਰਜ ਬਚਿੱਤਰ ਪਾਏ ਮੋਦ ਉਪਜਾਵਈ। ਬਹੁਤੀਆਂ ਸੰਗਤਾਂ ਪਾਸੋਂ ਭੇਟਾਵਾਂ ਤੈਨੂੰ ਮਿਲਣਗੀਆਂ, ਬਹੁਤਾ ਤੇਰਾ ਸਾਜੋ ਸਮਾਨ ਵਧੇਗਾ ਜਿਹਦੇ ਨਾਲ ਤੂੰ ਬਹੁਤੀ ਪ੍ਰਸੰਨਤਾ ਪਾਵੇਂਗਾ। ਕੇਤਿਕ ਦਿਵਸ ਬਾਸ ਕੀਜੀਏ ਸਮੀਪ ਸਮੋਹੇ। ਕੁਝ ਕੁ ਦਿਨ ਤੂੰ ਮੇਰੇ ਪਾਸ ਇੱਥੇ ਰੁਕਣਾ ਕਰ। ਕਾਜ ਫੇਰ ਹੋਏ ਤੇਰੋ ਦਿੱਲੀ ਜਬ ਜਾਵਈ। ਜਦੋਂ ਮੈਂ ਦਿੱਲੀ ਜਾਵਾਂਗਾ ਨਾ, ਇੱਥੇ ਮੈਂ ਆਇਆ ਉਗਰਾਹੀ ਕਰਨ ਲਈ ਤੇ ਮੈਂ ਆਪਣਾ ਕੰਮ ਕਰਕੇ ਜਾਵਾਂਗਾ ਦਿੱਲੀ ਤੇ ਉੱਥੇ ਜਾ ਕੇ ਤੇਰਾ ਸਾਰਾ ਕੰਮ ਸਿਰੇ ਚੜਾਵਾਂਗਾ। ਹੇਹਰ ਜੋ ਗ੍ਰਾਮ ਇਹ ਪਾਤਸ਼ਾਹਣ ਦੀਨੋ ਮੋਹੇ। ਆ ਜਿਹੜਾ ਹੇਹਰ ਪਿੰਡ ਹੈ ਇਹ ਬਾਦਸ਼ਾਹ ਨੇ ਮੈਨੂੰ ਦਿੱਤਾ ਹੈ। ਦੇਵੋ ਸੋਈ ਤੋਹੇ ਬਾਸ ਸੁਖ ਸੋ ਕਰੀਜੀਏ। ਹੁਣ ਮੈਂ ਇਹ ਜਿਹੜਾ ਨਗਰ ਹੈ ਬਾਦਸ਼ਾਹ ਵੱਲੋਂ ਮੈਨੂੰ ਦਿੱਤਾ ਗਿਆ ਸੀ, ਇਹ ਨਗਰ ਮੈਂ ਤੈਨੂੰ ਦੇਣਾ ਤੇ ਤੂੰ ਇੱਥੇ ਰਹਿ ਕੇ ਸੁਖ ਮਾਣ। ਹੋ ਸਕਦਾ ਹੈ ਕਿ ਜਹਾਂਗੀਰ ਨੇ ਪਹਿਲਾਂ ਹੀ ਇਹ ਚਾਲ ਚੱਲੀ ਹੋਵੇ ਕਿ ਇਹ ਨਗਰ ਜਿਹੜਾ ਹੈ ਇਹ ਜਾ ਕੇ ਉਹਦੇ ਭਰਾ ਪ੍ਰਿਥੀ ਚੰਦ ਨੂੰ ਦੇਵੋ ਤੇ ਜਿਹਦੇ ਨਾਲ ਇਹਨਾਂ ਵਿੱਚ ਫੁੱਟ ਪਈ ਰਹੇ। ਕਿਉਂਕਿ ਅੰਮ੍ਰਿਤਸਰ ਵਰਗਾ ਇੱਕ ਨਗਰ ਬਣਾਉਣਾ, ਹਰਮੰਦਰ ਸਾਹਿਬ ਵਰਗਾ ਇੱਕ ਅਸਥਾਨ ਤਿਆਰ ਕਰਾਉਣਾ, ਫਿਰ ਸਰੋਵਰ ਬਣਵਾਉਣਾ ਤੇ ਉਹ ਵੀ ਸਰਕਾਰੀ ਪੈਸਿਆਂ ਵਿੱਚੋਂ ਸੁਲੀ ਖਾਂ ਨੇ ਪੈਸੇ ਦੇ ਕੇ ਮਦਦ ਕਰਨੀ। ਇਹ ਸਿੱਧਾ ਸਿੱਧਾ ਹਕੂਮਤ ਦਾ ਇਹਦੇ ਵਿੱਚ ਹੱਥ ਸੀ ਕਿ ਇਸ ਅਸਥਾਨ ਦੇ ਬਰਾਬਰ ਇੱਕ ਅਸਥਾਨ ਖੜਾ ਕੀਤਾ ਜਾਵੇ। ਗੁਰੂ ਅਰਜਨ ਦੇਵ ਸਾਹਿਬ ਜੀ ਵਾਂਗੂ ਉਹਨੂੰ ਗੁਰੂ ਬਣਾ ਕੇ ਤੇ ਉਹਦੀ ਮਹਿਮਾ ਜਿਹੜੀ ਉਹ ਕਰਵਾਈ ਜਾਵੇ ਤੇ ਉਹ ਤੇ ਆਪਣਾ ਹੀ ਬੰਦਾ ਹੈ। ਇਸ ਲਈ ਸੁਲੀ ਖਾਂ ਨੇ ਕਿਹਾ, ਕਹਿਣ ਲੱਗਾ ਤੂੰ ਘਬਰਾ ਨਾ, ਚਿੰਤਾ ਨਾ ਕਰ। ਇਹ ਨਗਰ ਜਿਹੜਾ ਹੈ ਹੇਹਰ ਪਿੰਡ ਬਾਦਸ਼ਾਹ ਨੇ ਦਿੱਤਾ ਹੈ ਮੈਨੂੰ, ਤੇ ਇਹ ਨਗਰ ਜਿਹੜਾ ਹੈ ਮੈਂ ਤੈਨੂੰ ਦੇਣਾ ਹਾਂ। ਕਰੋ ਗੁਜਰਾਨ ਸਿੱਖ ਸੰਗਤਾ ਮਹਾਨ ਹੋਏ। ਬਹੁਤੀਆਂ ਸੰਗਤਾਂ ਤੇਰੇ ਕੋਲ ਆਉਣਗੀਆਂ, ਤੂੰ ਇੱਥੇ ਰਹਿ ਕੇ ਗੁਜ਼ਾਰਾ ਕਰ। ਦੂਜਾ ਨਾ ਸਮਾਨ ਪੂਜਾ ਨਿਜ ਕਰਵੀਜੀਏ। ਤੇਰੇ ਸਮਾਨ ਹੋਰ ਕੋਈ ਦੂਜਾ ਨਹੀਂ ਹੋਵੇਗਾ, ਤੂੰ ਇੱਥੇ ਬੈਠ ਕੇ ਆਪਣੀ ਪੂਜਾ ਕਰਾ। ਪ੍ਰਿਥਿਆ ਸੁਨਤ ਮਾਨੇ ਆਨੰਦ ਉਪਾਇਓ ਬਹੁ। ਇਹ ਗੱਲ ਜਦੋਂ ਬਾਬੇ ਪ੍ਰਿਥੀ ਚੰਦ ਨੇ ਸੁਣੀ ਹੈ ਨਾ, ਤੇ ਸੁਣ ਕੇ ਮਨ ਵਿੱਚ ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ। ਇਹ ਸਿੱਧੀ ਸਿੱਧੀ ਦਿੱਲੀ ਦੇ ਤਖਤ ਵੱਲੋਂ ਚੱਲੀ ਹੋਈ ਚਾਲ ਸੀ ਕਿ ਇਹ ਐਸਾ ਅਸਥਾਨ ਇਹਨੂੰ ਦਿੱਤਾ ਜਾਵੇ ਤੇ ਜਿਹੜੀਆਂ ਸਿੱਖ ਸੰਗਤਾਂ ਨੇ ਗੁਰੂ ਘਰ ਵਿੱਚ ਪਾੜ ਪਾ ਦਿੱਤੀ ਜਾਵੇ ਤੇ ਕੁਝ ਲੋਕ ਜਿਹੜੇ ਹਨ ਉਹ ਇੱਧਰ ਨੂੰ ਤੁਰੇ ਆਉਣ। ਬਾਅਦ ਵਿੱਚ ਵੀ ਬੜੀਆਂ ਚਾਲਾਂ ਚੱਲੀਆਂ। ਅੱਜ ਵੀ ਆਪਾਂ ਦੇਖਦੇ ਹਾਂ ਪੰਜਾਬ ਵਿੱਚ ਅਨੇਕਾਂ ਹੀ ਡੇਰੇ ਦੇਖਣ ਨੂੰ ਮਿਲਦੇ ਨੇ ਉਹਨਾਂ ਦੇ ਧਾਰੀਆਂ ਦੇ, ਜਿਨ੍ਹਾਂ ਦੀ ਸਿੱਧੀ ਸਿੱਧੀ ਜਿਹੜੀ ਉਹ ਮਦਦ ਹਕੂਮਤ ਵੱਲੋਂ ਕੀਤੀ ਜਾਂਦੀ ਹੈ ਕਿ ਤੁਸੀਂ ਕਿਸੇ ਨਾ ਕਿਸੇ ਤਰੀਕੇ ਸਿੱਖੀ ਦੇ ਵਿੱਚ ਪਾੜ ਪਾ ਕੇ ਰੱਖਣਾ ਹੈ। ਇਹ ਜਿਹੜਾ ਸਥਾਨ, ਇਹ ਧਰਤੀ ਗੁਰੂ ਸਾਹਿਬਾਨਾਂ ਦੀ ਵਰਸਾਈ ਹੋਈ, ਜਿਸ ਧਰਤੀ ਉੱਤੇ ਗੁਰੂ ਸਾਹਿਬਾਨਾਂ ਨੇ ਬੇਅੰਤੀ ਬਖਸ਼ਿਸ਼ਾਂ ਕੀਤੀਆਂ, ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਚੱਲ ਕੇ ਆਉਂਦੀਆਂ ਨੇ। ਉਦੋਂ ਵੀ ਇਹ ਚਾਲਾਂ ਚੱਲੀਆਂ ਗਈਆਂ ਤੇ ਪ੍ਰਿਥੀ ਚੰਦ ਨੂੰ ਕਿਹਾ ਗਿਆ ਕਿ ਤੂੰ ਹੇਹਰ ਪਿੰਡ ਬੈਠ, ਇਹ ਨਗਰ ਹੈ ਤੇਰਾ, ਇੱਥੇ ਆਪਣਾ ਸਥਾਨ ਬਣਾ। ਹਜ਼ਾਰਾਂ ਹੀ ਸੰਗਤਾਂ ਆਉਣਗੀਆਂ, ਤੇਰੇ ਆ ਕੇ ਚਰਨੀ ਪੈਣਗੀਆਂ,
ਇਹ ਗੱਲ ਸੁਣ ਕੇ ਪ੍ਰਿਥੀ ਚੰਦ ਬੜੇ ਪ੍ਰਸੰਨ ਹੋਏ ਨੇ। ਸੁਲਹੀ ਸੋ ਭਾਖਿਓ ਮੇਰੇ ਬਾਗ ਕੋ ਸੁਨੀਜੀਏ। ਸੋਲੀ ਖਾਂ ਕਹਿਣ ਲੱਗਾ ਕਿ ਮੇਰੀ ਇਹ ਗੱਲ ਸੁਣ, ਸਖੀ ਨਿਤ ਥੀਜੀਏ ਪ੍ਰਤਾਪ ਮੈਂ ਵਧੀਜੀਏ। ਹਾਂ ਤੇ ਤੂੰ ਮੈਨੂੰ ਸਖਾ ਜਾਣ ਤੇ ਤੇਰਾ ਪ੍ਰਤਾਪ ਬਹੁਤਾ ਵਧੇਗਾ। ਮਨੋਰਥ ਪੂਰੀ ਜੀਏ ਸਮੇਤ ਜਸ ਜੀਜੀਏ। ਹਾਂ ਤੇ ਮੇਰਾ ਇਹ ਮਨੋਰਥ ਬਾਬਾ ਪ੍ਰਿਥੀ ਚੰਦ ਕਹਿੰਦਾ ਮੇਰਾ ਮਨੋਰਥ ਪੂਰਾ ਕੀਤਾ ਏ, ਤੇਰਾ ਬਹੁਤਾ ਜਸ ਵਧੇ, ਤੇਰਾ ਬਹੁਤਾ ਪ੍ਰਤਾਪ ਵਧੇ। ਗੁਰੂ ਅੰਗ ਸੰਗ ਹੋਏ ਸੰਕਟ ਨਿਵਾਰੈ ਸੋਏ। ਸੋਲੀ ਖਾਂ ਤੂੰ ਮੇਰਾ ਮਿੱਤਰ ਹੈ ਨਾ, ਤੇ ਤੂੰ ਮਿੱਤਰਾਂ ਵਾਲੀ ਕੀਤੀ ਹੈ। ਗੁਰੂ ਤੇਰਾ ਸਦਾ ਅੰਗ ਸੰਗ ਰਹੇ, ਸਦਾ ਹੀ ਤੇਰੇ ਸੰਕਟ ਦੂਰ ਕਰੇ। ਬੜੋ ਉਪਕਾਰ ਜੋਏ ਮੇਰੇ ਪਰ ਠਾਨਿਓ। ਬੜਾ ਵੱਡਾ ਉਪਕਾਰ ਤੂੰ ਮੇਰੇ ਉੱਤੇ ਕੀਤਾ ਹੈ। ਦੀਨੋ ਸ਼ੁਭ ਗ੍ਰਾਮ ਕਰੋ ਬਾਸਵੇ ਕੋ ਧਾਮ ਇਹਾਂ। ਇਹ ਸੋਹਣਾ ਨਗਰ ਤੂੰ ਮੈਨੂੰ ਇੱਥੇ ਦਿੱਤਾ ਏ, ਹੁਣ ਮੈਂ ਰਹਿਣ ਵਾਸਤੇ ਇੱਥੇ ਆਪਣੇ ਘਰ ਬਣਾਵਾਂਗਾ। ਆਠੋ ਜਾਮ ਤੇਰੀ ਸ਼੍ਰੇਹ ਮੁਖ ਤੇ ਬਖਾਨਿਓ। ਅੱਠੇ ਪਹਿਰ ਮੈਂ ਇੱਥੇ ਤੇਰੀ ਕਲਿਆਣ ਵਾਸਤੇ ਦੁਆ ਕਰਾਂਗਾ। ਇਹ ਪ੍ਰਿਥੀ ਚੰਦ ਨੇ ਬੋਲ ਕਹੇ ਨੇ ਕਿ ਸੋਲੀ ਖਾਂ ਤੂੰ ਹੈ ਮੇਰਾ ਮਿੱਤਰ, ਤੂੰ ਕੀਤੀ ਹੈ ਸਖੇ ਮਿੱਤਰਾਂ ਵਾਲੀ, ਤੇ ਗੁਰੂ ਤੇਰਾ ਸਦਾ ਅੰਗ ਸੰਗ ਰਹੇ, ਤੇਰੇ ਸਾਰੇ ਕਾਰਜ ਸਵਾਰੇ। ਹੁਣ ਮੈਂ ਇੱਥੇ ਆਪਣੇ ਰਹਿਣ ਵਾਸਤੇ ਘਰ ਬਣਾਵਾਂਗਾ, ਅੱਠੇ ਪੈਰ ਤੇਰੀ ਕਲਿਆਣ ਦੀ ਜਾਚਨਾ ਕਰਾਂਗਾ। ਏਕ ਕਾਮ ਔਰ ਸੁਣ ਤਾਲ ਬਨਵਾਇਓ ਤੈਨਾ। ਐ ਮੇਰੇ ਮਿੱਤਰ ਸੋਲੀ ਖਾਂ ਇੱਕ ਮੇਰੀ ਹੋਰ ਗੱਲ ਸੁਣ, ਇਸ ਜਗ੍ਹਾ ਮੈਨੂੰ ਇੱਕ ਸਰੋਵਰ ਜਿਹੜਾ ਹੈ ਉਹ ਬਣਵਾ ਕੇ ਦੇ। ਆਏ ਸਿੱਖ ਸੰਗਤਾ ਮਹਾਨ ਹੀ ਸਨਾਨਿਓ। ਤੇ ਬੇਅੰਤੀ ਸੰਗਤਾਂ ਇੱਥੇ ਆਉਣਗੀਆਂ, ਆ ਕੇ ਇਸ਼ਨਾਨ ਕਰਨਗੀਆਂ। ਤੈਸੇ ਮੇਰੇ ਮਨ ਹੈ ਤੜਾਗ ਕੋ ਬਣਾਏ ਦਿਓ। ਮੇਰੇ ਮਨ ਵਿੱਚ ਇਹ ਖਿਆਲ ਹੈ ਕਿ ਐਸਾ ਇੱਕ ਸੋਹਣਾ ਸਰੋਵਰ ਮੈਨੂੰ ਇੱਥੇ ਬਣਵਾ ਦਵੋ। ਭਲੀ ਇਹ ਬਾਤ ਹੈ ਮਨੋਰਥ ਉਠਾਨਿਓ। ਇਹ ਮੇਰੇ ਮਨ ਵਿੱਚ ਮਨੋਰਥ ਉੱਠਿਆ ਏ, ਇਹ ਗੱਲ ਬੜੀ ਭਲੀ ਹੈ, ਚੰਗੀ ਹੈ, ਤੇ ਤੂੰ ਮੇਰੇ ਮਿੱਤਰਾ ਮੇਰੇ ਤੇ ਕੋਈ ਉਪਕਾਰ ਹੋਰ ਕਰ ਦੇ। ਮੈਨੂੰ ਇੱਥੇ ਨਗਰ ਤਾਂ ਦੇ ਦਿੱਤਾ ਏ, ਇੱਥੇ ਹੁਣ ਮੈਂ ਸੋਹਣਾ ਸਰੋਵਰ ਵੀ ਮੈਨੂੰ ਇੱਥੇ ਬਣਵਾ ਦੇ। ਅਨੇਕਾਂ ਹੀ ਸੰਗਤਾਂ ਇੱਥੇ ਆਉਣਗੀਆਂ ਇਸ਼ਨਾਨ ਲਈ, ਤੇ ਬੜੀ ਭਲੀ ਗੱਲ ਹੈ। ਇਹ ਮੇਰੇ ਮਨ ਵਿੱਚ ਮਨੋਰਥ ਉੱਠਿਆ, ਪੂਰਾ ਕਰ ਦੇ। ਉਹੋ ਜੇ ਪ੍ਰਸੰਨ ਆਪ ਨਿਰਮਲ ਜਾਮੈ। ਜੇ ਤੁਸੀਂ ਪ੍ਰਸੰਨ ਹੋਵੋ ਤੇ ਇਸ ਸਰੋਵਰ ਵਿੱਚ ਨਿਰਮਲ ਜਲ ਅਸੀਂ ਰੱਖੀਏ। ਐਸੋ ਤਾਲ ਸੁੰਦਰ ਵਿਸਾਲ ਬਨ ਜਾਏ ਹਾ। ਬੜਾ ਸੋਹਣਾ ਜਿਹੜਾ ਤਾਲ ਸਰੋਵਰ ਹੈ ਉਹ ਸੁੰਦਰ ਬਣ ਜਾਵੇਗਾ। ਸੁਲਹੀ ਨੇ ਭਣਿਓ ਇਹ ਨੀਕੀ ਬਾਤ ਠਾਨੀ ਚਿਤ। ਸੋਲੀ ਖਾਂ ਕਹਿਣ ਲੱਗਾ ਕਿ ਗੱਲ ਤੇਰੇ ਚਿੱਤ ਵਿੱਚ ਬੜੀ ਚੰਗੀ ਆਈ ਹੈ, ਪਰ ਇਥੋਂ ਸਿੱਧੀ ਸਿੱਧੀ ਇਹ ਗੱਲ ਜਿਹੜੀ ਇੱਕ ਚਾਲ ਜਾਪਦੀ ਹੈ, ਜਿਹੜੀ ਬਾਦਸ਼ਾਹ ਵੱਲੋਂ ਕਰਵਾਈ ਗਈ ਹੋਵੇ, ਨਗਰ ਦੇਣਾ, ਇੱਥੇ ਰਹਿਣ ਵਾਸਤੇ ਕਹਿਣਾ, ਫਿਰ ਸਰੋਵਰ ਬਣਵਾਉਣ ਦੀ ਗੱਲ ਚਲਾਉਣੀ, ਭਾਵ ਕਿ ਇੱਕ ਹਰਿਮੰਦਰ ਸਾਹਿਬ ਵਰਗਾ ਇੱਕ ਹੋਰ ਸਥਾਨ ਤਿਆਰ ਕੀਤਾ ਜਾਵੇ ਜਿੱਥੇ ਲੱਖਾਂ ਲੋਕ ਨਤਮਸਤਕ ਹੁੰਦੇ ਨੇ, ਫਿਰ ਸੋਹਣਾ ਸਥਾਨ ਦੇ ਕੇ ਲੋਕ ਇੱਥੇ ਆਉਣਗੇ। ਇਉਂ ਮੈਂ ਝੂਠੀ ਮਹਿਮਾ ਜਿਹੜੀ ਇਸ ਸਰੋਵਰ ਦੀ ਵੀ ਵਧਾਵਾਂਗਾ, ਜਿਹੜਾ ਨੇ ਆਪ ਬਣਵਾਉਣਾ ਸੀ, ਜਿਹੜਾ ਹਕੂਮਤ ਨੇ ਬਣਾ ਕੇ ਦੇਣਾ ਸੀ, ਉਹਦੀ ਝੂਠੀ ਮਹਿਮਾ ਗਾਇਨ ਕਰਕੇ ਲੋਕਾਂ ਨੂੰ ਸੁਣਾਵਾਂਗਾ। ਇਹ ਗੱਲ ਸੁਣ ਕੇ ਸੋਲੀ ਖਾਂ ਜਿਹੜਾ ਸੀ ਅੱਗੋਂ ਕਹਿਣ ਲੱਗਾ, ਸਭ ਕੋ ਸੁਖਦ ਹੈ ਅਨੇਕ ਨਰ ਨਹਾਏ ਹੈ। ਹਾਂ, ਪ੍ਰਿਥੀ ਚੰਦ ਕਹਿੰਦੇ ਨੇ ਸਾਰਿਆਂ ਨੂੰ ਸੁਖ ਦੇਣ ਵਾਲਾ ਸਰੋਵਰ ਹੋਵੇਗਾ, ਅਨੇਕਾਂ ਹੀ ਲੋਕ ਇੱਥੇ ਆ ਕੇ ਇਸ਼ਨਾਨ ਕਰਨਗੇ। ਖਗ ਮ੍ਰਿਗ ਨੀਰ ਪਾਨ ਪੁੰਨ ਹੈ ਮਹਾਨ ਜਾ ਕੋ। ਤੇ ਇਹ ਗੱਲ ਸੁਣ ਕੇ ਅੱਗੋਂ ਫਿਰ ਸੋਲੀ ਖਾਂ ਕਹਿੰਦਾ ਹੈ ਕਿ ਗੱਲ ਬੜੀ ਚੰਗੀ ਹੈ, ਇੱਥੇ ਖਗ ਪੰਛੀ ਮ੍ਰਿਗ ਜਿਹੜੇ ਹੋਰ ਜਾਨਵਰ ਹਨ, ਹਿਰਨ ਇਤਿਆਦਿਕ, ਇੱਥੇ ਆ ਕੇ ਪਾਣੀ ਪੀਣਗੇ। ਰਚੀਏ ਤੜਾਗ ਚਾਰੋਂ ਭਾਗ ਤੇ ਸੁਹਾਏ ਹੈ। ਬੜੇ ਵੱਡੀ ਪੁੰਨ ਵਾਲੀ ਗੱਲ ਹੈ ਤੇ ਬੜੇ ਸੋਹਣੇ ਭਾਗਾਂ ਦੀ ਨਿਸ਼ਾਨੀ ਹੈ। ਇਸ ਕਰਕੇ ਸੋਹਣਾ ਇੱਕ ਸਰੋਵਰ ਇੱਥੇ ਬਣਾਉਣਾ ਚਾਹੀਦਾ ਹੈ। ਜੈਸੇ ਬੜੀ ਸੰਗਤਾ ਸੁਪ੍ਰੇਮ ਤੇ ਇਸ਼ਨਾਨ ਤਾਹਾਂ। ਇੱਥੇ ਆ ਕੇ ਬੇਅੰਤੀ ਸੰਗਤਾਂ ਪ੍ਰੇਮ ਦੇ ਨਾਲ ਇਸ਼ਨਾਨ ਕਰਨਗੀਆਂ। ਤੈਸੇ ਤੇਰੋ ਹੋਏ ਹੈ ਸੁਜਸ ਪਸਰਾਏ ਹੈ। ਜਿਉਂ-ਜਿਉਂ ਲੋਕ ਆ ਕੇ ਤੇਰੇ ਸਰੋਵਰ ਵਿੱਚ ਇਸ਼ਨਾਨ ਕਰਨਗੇ, ਉਸੇ ਤਰ੍ਹਾਂ ਤੇਰੀ ਮਹਿਮਾ ਜਿਹੜੀ ਉਹ ਬਹੁਤ ਵਧੇਗੀ। ਐਸੇ ਕਹੇ ਸੁਲਹੀ ਨੇ ਦੀਨ ਸੁਦਰਬ ਤਬ। ਇਸ ਤਰ੍ਹਾਂ ਕਹਿ ਕੇ ਸੋਲੀ ਖਾਂ ਨੇ ਸਰਕਾਰੀ ਖਜ਼ਾਨੇ ਵਿੱਚੋਂ ਸਰੋਵਰ ਬਣਾਉਣ ਵਾਸਤੇ ਪ੍ਰਿਥੀ ਚੰਦ ਨੂੰ ਪੈਸੇ ਦਿੱਤੇ। ਹਕੂਮਤਾਂ ਕਦ ਚਾਹੁੰਦੀਆਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸਿੱਖੀ ਦਾ ਪ੍ਰਚਾਰ ਹੋਵੇ, ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੱਕ ਤੇ ਸੱਚ ਦੀ ਗੱਲ ਕੀਤੀ, ਉਸ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਬਾਬਰ ਵੱਲੋਂ ਆਪਣੀਆਂ ਫੌਜਾਂ ਨੂੰ ਕਹਿ ਕੇ ਜੇਲ੍ਹ ਦੇ ਵਿੱਚ ਰੱਖਿਆ ਗਿਆ। ਪਰ ਇੱਕ ਪਾਸੇ ਸੱਚ ਦਾ ਸੂਰਜ ਸੀ, ਦੂਜੇ ਪਾਸੇ ਝੂਠੀਆਂ ਬਾਦਸ਼ਾਹ ਦੀਆਂ ਖੁਸ਼ਾਮਦਾਂ ਤੇ ਸੱਚ ਦਾ ਮੁਕਾਬਲਾ ਨਹੀਂ ਸੀ ਕਰ ਸਕਦੀਆਂ। ਇਸੇ ਕਰਕੇ ਫਿਰ ਜੇਲ੍ਹਾਂ ਦੇ ਵਿੱਚ ਖੜਿਆ ਗਿਆ। ਕਈ ਵਾਰ ਕਈ ਪ੍ਰੇਮੀਆਂ ਤੋਂ
ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਜਦੋਂ ਦਾ ਆਪਾਂ ਦੇਖਦੇ ਹਾਂ ਸਿੱਖੀ ਦਾ ਬੂਟਾ ਲੱਗਾ, ਉਦੋਂ ਦਾ ਹੀ ਸਿੱਖਾਂ ਦੇ ਉੱਤੇ ਬਹੁਤ ਜ਼ਿਆਦਾ ਐਸੇ ਕਹਿਰ ਝੁੱਲੇ, ਐਸੇ ਹਨੇਰ ਝੁੱਲੇ, ਬਹੁਤ ਜ਼ਿਆਦੀਆਂ ਮੁਸ਼ਕਲਾਂ ਦਾ ਇਹਨਾਂ ਨੇ ਸਾਹਮਣਾ ਕੀਤਾ। ਹੁਣ ਵੀ ਕਰਨਾ ਪੈ ਰਿਹਾ ਕਿ ਇਹ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਚੱਲਦਾ ਰਹੇਗਾ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਹੱਕ ਦੀ, ਸੱਚ ਦੀ ਗੱਲ ਕੀਤੀ, ਉਦੋਂ ਜੇਲ੍ਹ ਜਾਣਾ ਪਿਆ। ਫਿਰ ਗੁਰਦੇਵ ਨੇ ਪਹਿਲਾਂ ਹੀ ਬਚਨ ਕਹਿ ਦਿੱਤੇ, ਜਾਉ ਤਉ ਪ੍ਰੇਮ ਖੇਲਣ ਕਾ ਚਾਉ, ਸਿਰ ਤਰ ਤਲੀ ਗਲੀ ਮੇਰੀ ਆਓ। ਦਸਮ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਖਾਲਸਾ ਪੰਥ ਦੀ ਨੀਂਹ ਰੱਖੀ ਤੇ ਸਤਿਗੁਰੂ ਜੀ ਨੇ ਉਸ ਵੇਲੇ ਸਭ ਤੋਂ ਪਹਿਲਾਂ ਸਿਰਾਂ ਦੀ ਮੰਗ ਕੀਤੀ ਹੈ। ਇਹ ਇਤਿਹਾਸ ਸਾਡੇ ਸਾਹਮਣੇ ਹੈ। ਜੇ ਹੱਕ ਦੀ, ਸੱਚ ਦੀ ਗੱਲ ਕਰਾਂਗੇ, ਉਹਨਾਂ ਲਈ ਜੇਲ੍ਹਾਂ ਵੀ ਹਨ, ਉਹਨਾਂ ਨੂੰ ਸਿਰ ਵੀ ਜਿਹੜਾ ਹੈ ਉਹ ਆਪਣਾ ਤਲੀ ਤੇ ਧਰਨਾ ਪੈਂਦਾ ਹੈ। ਤੇ ਜੇ ਐਸ਼ੋ ਆਰਾਮ ਜ਼ਿੰਦਗੀ ਦੀ ਗੱਲ ਕਰਦੇ ਹਾਂ, ਉਹ ਤਾਂ ਫਿਰ ਇੰਨੀ ਗੱਲ ਹੀ ਕਹਿ ਦਈਏ ਕਿ ਆਪਾਂ ਗੁਰੂ ਦੇ ਸਿੱਖ ਨਹੀਂ। ਤੇ ਇਤਿਹਾਸ ਪੜ੍ਹ ਕੇ ਦੇਖ ਲਓ ਕਿ ਹਕੂਮਤਾਂ ਆਪ ਸਹੂਲਤਾਂ ਦੇਣ ਲੱਗ ਪੈਂਦੀਆਂ ਨੇ। ਅੱਜ ਇੱਥੇ ਪ੍ਰਿਥੀ ਚੰਦ ਨੂੰ ਇਸੇ ਗੱਲ ਦੀ ਸਹੂਲਤ ਦਿੱਤੀ ਗਈ ਕਿ ਇਹਨੇ ਕਿਹਾ ਕਿ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਤੋਂ ਉਲਟ ਚੱਲ ਰਿਹਾ। ਗੁਰੂ ਅਰਜਨ ਦੇਵ ਸਾਹਿਬ ਦੇ ਵਿਰੋਧ ਵਿੱਚ ਉੱਠਿਆ ਤੇ ਇਹਨਾਂ ਨੂੰ ਸਹੂਲਤਾਂ ਦਿੱਤੀਆਂ। ਜਿਹੜਾ ਵੀ ਸਿੱਖੀ ਦੀ ਵਿਰੋਧਤਾ ਵਿੱਚ ਆਉਂਦਾ ਹੈ, ਉਹਨੂੰ ਸ਼ੁਰੂ ਤੋਂ ਹੀ ਹਕੂਮਤਾਂ ਨੇ ਸਹੂਲਤਾਂ ਦਿੱਤੀਆਂ। ਉਹਨਾਂ ਦੀ ਸਿਕਿਉਰਿਟੀ, ਉਹਨਾਂ ਦੀ ਰੱਖਿਆ ਆਪ ਕਰਦੀ ਰਹੀ। ਅੱਜ ਵੀ ਇਸੇ ਤਰ੍ਹਾਂ ਹੁੰਦਾ ਹੈ ਕਿ ਆਪਾਂ ਦੇਖ ਸਕਦੇ ਹਾਂ। ਰਹੋ ਵਿਚਾਰ, ਸੋਲੀ ਖਾਂ ਨੇ ਆਪਣੇ ਸਰਕਾਰੀ ਖਜ਼ਾਨੇ ਵਿੱਚੋਂ ਬਾਬੇ ਪ੍ਰਿਥੀ ਚੰਦ ਨੂੰ ਧਨ ਦਿੱਤਾ। ਕਹਿਣ ਲੱਗਾ, ਗੱਲ ਤਾਂ ਤੇਰੀ ਬੜੀ ਸੋਹਣੀ ਹੈ, ਤੂੰ ਇੱਥੇ ਇੱਕ ਸਰੋਵਰ ਬਣਵਾ, ਇਹ ਬੜਾ ਵੱਡਾ ਪੁੰਨ ਵਾਲਾ ਕੰਮ ਹੈ। ਪਰ ਪੁੰਨ ਕਾਹਦਾ? ਜਿਹਨੇ ਪੁੰਨ ਜੀ ਤੇ ਨਹੀਂ ਕੀਤਾ, ਮਨੁੱਖ ਤੇ ਨਹੀਂ ਕੀਤਾ, ਉਹਨੇ ਪਸ਼ੂ ਪੰਛੀਆਂ ਤੇ ਕੀ ਕਰਨ? ਇਹ ਕੇਵਲ ਦਿਖਾਵਾ ਹੈ ਤੇ ਇੱਕ ਮਨ ਪਰਚਾਵਾ ਹੈ ਕਿ ਆਪਣੇ ਘਰਦਿਆਂ ਤੇ ਕੋਈ ਦਇਆ ਤਰਸ ਨਾ ਕਰਨੀ, ਮਨੁੱਖਾਂ ਦੀ ਕਦਰ ਨਾ ਕਰਨੀ, ਮਨੁੱਖਤਾ ਦਾ ਘਾਣ ਕਰਨਾ, ਤੇ ਫਿਰ ਪੰਛੀਆਂ ਨੂੰ ਚੋਗਾ ਪਾ ਕੇ ਦੱਸਣਾ ਕਿ ਅਸੀਂ ਬੜੇ ਵੱਡੇ ਪੁੰਨੀ ਹਾਂ। ਇਸ ਤਰ੍ਹਾਂ ਦਾ ਪੁੰਨ ਸੋਲੀ ਖਾਂ ਨੇ ਵੀ ਕਿਹਾ। ਕਹਿਣ ਲੱਗਾ ਕਿ ਇੱਥੇ ਸਰੋਵਰ ਬਣਵਾ, ਅਨੇਕਾਂ ਹੀ ਲੋਕ ਆ ਕੇ ਇਸ਼ਨਾਨ ਕਰਨਗੇ, ਅਨੇਕਾਂ ਹੀ ਜੀਵ ਇੱਥੇ ਆ ਕੇ ਪਾਣੀ ਪੀਣਗੇ, ਪੁੰਨ ਦਾ ਕੰਮ ਹੈ। ਕਹਿ ਕੇ ਆਪਣੇ ਸਰਕਾਰੀ ਖਜ਼ਾਨੇ ਵਿੱਚੋਂ ਪ੍ਰਿਥੀ ਚੰਦ ਨੂੰ ਪੈਸੇ ਦਿੱਤੇ ਹਨ। ਮੇਰੋ ਪੁੰਨ ਹੋਏਗੋ ਤੜਾਕ ਬਣ ਜਾਏ ਹੈ, ਬੜਾ ਵੱਡਾ ਪੁੰਨ ਹੋਵੇਗਾ ਕਿ ਇੱਥੇ ਸਰੋਵਰ ਸੋਹਣਾ ਬਣੇਗਾ। ਪ੍ਰਿਥੀ ਨੇ ਭਾਖ ਕੈ ਪਟਾ ਸੋ ਲਖਵਾਇਓ ਗ੍ਰਾਮ। ਇਹ ਗੱਲ ਪ੍ਰਿਥੀ ਚੰਦ ਨੇ ਕਹਿ ਕੇ ਤੇ ਸੋਲੀ ਖਾਂ ਪਾਸੋਂ ਪਟਾ ਜਿਹੜਾ ਸੀ ਉਹ ਲਿਖਵਾ ਲਿਆ, ਜਿਹੜੀ ਰਜਿਸਟਰੀ ਸੀ ਉਹ ਕਰਵਾ ਲਈ ਸੋਲੀ ਖਾਂ ਪਾਸੋਂ। ਰਚੇ ਨਿਜ ਧਾਮ ਕੀਨ ਬਾਸ ਸੁਖ ਪਾਏ ਹੈ। ਇੱਥੇ ਰਹਿਣ ਵਾਸਤੇ ਪ੍ਰਿਥੀ ਚੰਦ ਨੇ ਆਪਣੇ ਘਰ ਬਣਾ ਲਏ ਤੇ ਉਹ ਵੀ ਸਰਕਾਰੀ ਖਜ਼ਾਨੇ ਵਿੱਚੋਂ ਬਣੇ ਤੇ ਬਹੁਤਾ ਸੁਖ ਪਾਇਆ। ਆਵੇ ਲਗਵਾਏ ਨਿਤ ਠਾਣ ਤੋਂ ਪਾਏ ਬੜੂ। ਆਵੇ ਸੋਹਣੇ ਜਿਹੜੇ ਸੀ ਉਹ ਲਵਾ ਲਏ ਤੇ ਬਹੁਤ ਜ਼ਿਆਦਾ ਉਪਾਅ ਜਿਹੜਾ ਸੀ ਯਤਨ ਉਹ ਕੀਤਾ ਗਿਆ। ਸਮਾਤਾ ਕੋ ਚਾਹੈ ਸੁਦਾਸਰ ਜਿਉ ਸੁਹਾਏ ਹੈ। ਕੀ ਚਾਹੁੰਦਾ ਸੀ? ਜਿਸ ਤਰ੍ਹਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸ਼ੋਭਾ ਹੋ ਰਹੀ ਹੈ ਨਾ, ਇਸ ਦੀ ਬਰਾਬਰੀ ਚਾਹੁੰਦਾ ਸੀ। ਸੰਗਤ ਜੀ, ਬਰਾਬਰੀ ਅੱਜ ਤੋਂ ਨਹੀਂ ਕਰਨ ਲੱਗੇ, ਬੜਿਆਂ ਨੇ ਆਪਣੇ ਕਈ ਦੁਆਰ ਬਣਾ ਕੇ ਬਰਾਬਰੀ ਕਰਨ ਦਾ ਯਤਨ ਕੀਤਾ ਹੈ, ਕਰਵਾਇਆ ਵੀ। ਇਹ ਉਹਨਾਂ ਲੋਕਾਂ ਵੱਲੋਂ ਜਾਂਦਾ ਹੈ ਕਿਉਂਕਿ ਇਸ ਸਥਾਨ ਦੀ ਮਹਿਮਾ ਤੇ ਗੁਰੂ ਸਾਹਿਬ ਨੇ ਬਾਣੀ ਵਿੱਚ ਬਿਆਨ ਕੀਤੀ ਹੈ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹਿਆ। ਇਸੇ ਅਸਥਾਨ ਦੀ ਮਹਿਮਾ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਆਪਾਂ ਪੜ੍ਹ ਰਹੇ ਹਾਂ, ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਵੱਲੋਂ। ਪਰ ਜਿਨ੍ਹਾਂ ਨੇ ਬਰਾਬਰੀ ਕੀਤੀ ਹੈ ਨਾ, ਉਹਨਾਂ ਦੀ ਚਾਹ ਕੇ ਵੀ ਬਰਾਬਰੀ ਹੋ ਨਹੀਂ ਸਕਦੀ, ਕਿਉਂਕਿ ਇਹ ਦਰ ਐਸਾ ਹੈ ਜਿਹਦੇ 4 ਦਰਵਾਜ਼ੇ ਰੱਖੇ ਤੇ ਬਾਣੀ ਵਿੱਚ ਉਪਦੇਸ਼ ਦਿੱਤਾ, ਚੌਵਰਨਾ ਕੋ ਸਾਂਝਾ। ਤੇ ਇਸ ਅਸਥਾਨ ਦੁਆਰਾ ਹੀ ਇਹ ਸੰਦੇਸ਼ ਮਿਲ ਰਿਹਾ ਹੈ ਕਿ ਇੱਥੇ ਹਰੇਕ ਜਿਹੜਾ ਧਰਮ ਵਾਲਾ, ਹਰੇਕ ਮਨੁੱਖ ਇੱਥੇ ਆ ਸਕਦਾ ਹੈ ਤੇ ਉਹਦੇ ਲਈ ਸਦਾ ਵਾਸਤੇ ਦਰਵਾਜ਼ਾ ਖੁੱਲ੍ਹਾ ਹੈ। ਰਸਤਾ ਇੱਕੋ ਰੱਖਿਆ ਕਿ ਰਸਤਾ ਇੱਥੇ ਆਉਣ ਦਾ ਇੱਕ ਹੈ, ਦਰਵਾਜ਼ੇ 4 ਨੇ। ਹੁਣ ਪ੍ਰਿਥੀ ਚੰਦ ਨੇ ਵੀ ਇਸ ਤਰ੍ਹਾਂ ਦੀ ਰੀਸ ਕਰਨੀ ਹੈ ਤੇ ਅੱਜ ਵੀ ਇਹ ਰੀਸਾਂ ਕੀਤੀਆਂ ਗਈਆਂ। ਵੱਡੇ ਅਸਥਾਨ ਬਣਵਾ ਕੇ ਉੱਥੇ ਇਸ ਤਰ੍ਹਾਂ ਦੇ ਨਾਮ ਦਿੱਤੇ ਗਏ ਤੇ ਫਿਰ ਕੀ ਕੀਤਾ ਕਿ ਆਪਣੇ ਅਸਥਾਨ ਦੀ ਮਹਿਮਾ ਵਧਾਉਣ ਵਾਸਤੇ ਗੁਰੂ ਰਾਮਦਾਸ ਜੀ ਦਾ ਬਣਿਆ ਅਸਥਾਨ, ਉਹਦੇ ਬਾਰੇ ਕਈ ਤਰ੍ਹਾਂ ਦੇ ਬਿਆਨ ਦੇਣੇ ਸ਼ੁਰੂ ਕੀਤੇ। ਫਿਰ ਜਿਨ੍ਹਾਂ ਗ੍ਰੰਥਾਂ ਵਿੱਚ ਇਸ ਅਸਥਾਨ ਦੀ ਮਹਿਮਾ ਲਿਖੀ ਹੈ, ਉਹਨਾਂ ਗ੍ਰੰਥਾਂ ਨੂੰ ਨਿੰਦਣਾ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰ ਕੇ ਉਹਨਾਂ ਗ੍ਰੰਥਾਂ ਦੀ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਦੀ ਨਿੰਦਿਆ ਕਰਨੀ। ਕਿਉਂ ਕਿ ਇਹ ਸੰਗਤ ਕਥਾ ਨਾ ਸੁਣੇ, ਕਿਉਂਕਿ ਕਥਾ ਵਿੱਚ ਇਤਿਹਾਸ ਵਿੱਚ ਤਾਂ ਆਵੇਗਾ
ਕਿ ਇਹ ਅਸਥਾਨ ਗੁਰੂ ਰਾਮਦਾਸ ਸਾਹਿਬ ਜੀ ਨੇ ਆਪ ਤਿਆਰ ਕਰਵਾਇਆ। ਇਸ ਦਰ ਵਰਗੀ ਇਸ ਅਸਥਾਨ ਦੀ ਮਹਿਮਾ ਜਿਹੜੀ ਹੈ ਹੋਰ ਕਿਸੇ ਸਥਾਨ ਦੀ ਇਹਦੇ ਬਰਾਬਰ ਹੋ ਨਹੀਂ ਸਕਦੀ। ਇਸੇ ਕਰਕੇ ਇਹਨਾਂ ਲੋਕਾਂ ਨੇ ਨਿੰਦਣਾ ਸ਼ੁਰੂ ਕੀਤਾ। ਪਰ ਜਿਹੜੇ ਗਿਆਨਵਾਨ ਹਨ ਉਹ ਸੋਝੀ ਰੱਖਦੇ ਨੇ ਤੇ ਉਹ ਅੱਜ ਵੀ ਪ੍ਰੇਮ ਦੇ ਨਾਲ ਗੁਰੂ ਕੀ ਮਹਿਮਾ ਗੁਰੂ ਕਾ ਜਸ ਸੁਣਦੇ ਨੇ। ਪਰ ਹੁਣ ਜਿਨ੍ਹਾਂ ਕੋਲ ਬੁੱਧੀ ਹੈ ਨਹੀਂ, ਜਿਹਨੇ ਗੱਲੀ ਲਾਇਆ ਉਹਦੇ ਨਾਲ ਤੁਰ ਪੈਣਾ, ਚਾਰ ਗੱਲਾਂ ਸੁਣ ਕੇ ਉਹਦੀ ਵਾਹਵਾ ਕਰੀ ਜਾਣੀ। ਅੱਜ ਕਿਸੇ ਪਿੱਛੇ ਲੱਗੇ ਕਰ ਕਿਸੇ ਹੋਰ ਪਿੱਛੇ, ਪਰ ਗੁਰੂ ਕੇ ਸਿੱਖ ਦਾ ਨਿਸ਼ਚਾ ਇੱਕ ਅਕਾਲ ਪੁਰਖ ਤੇ ਰਹਿੰਦਾ ਹੈ। ਇਸ ਦੀ ਹੰਸ ਵਰਗੀ ਬਿਰਤੀ ਹੈ। ਸੁਰਹੁ ਵਿਚਾਰ ਬਾਬੇ ਪ੍ਰਿਥੀ ਚੰਦ ਨੇ ਧਨ ਲਿਆ ਸੋਲੀ ਖਾਂ ਪਾਸੋਂ, ਸੋਹਣਾ ਰਹਿਣ ਵਾਸਤੇ ਘਰ ਬਣਵਾਇਆ ਅਤੇ ਬਹੁਤ ਸੁਖ ਮਾਣਿਆ ਹੈ। ਆਵੇਗੀ ਉਪਾਇਨ ਅਨੇਕ ਹੀ ਪ੍ਰਕਾਰ ਮਨ ਵਿੱਚ ਖਿਆਲ ਸੀ ਕਿ ਸ਼੍ਰੀ ਹਰਿਮੰਦਰ ਸਾਹਿਬ ਦਾ ਜਿਸ ਤਰ੍ਹਾਂ ਜਸ ਹੋ ਰਿਹਾ ਹੈ ਉਹਦੇ ਬਰਾਬਰ ਅਸਥਾਨ ਬਣਾਵਾਂਗਾ ਤੇ ਅਨੇਕਾਂ ਲੋਕ ਭੇਟਾਵਾਂ ਲੈ ਕੇ ਆਉਣਗੇ। ਇਸ ਅਸਥਾਨ ਦੀ ਵੀ ਮਹਿਮਾ ਬਹੁਤ ਵਧੇਗੀ। ਮੇਲ ਹੋਏ ਤੀਰਥ ਕੋ ਮਿਲੈ ਸਮੁਦਾਇ ਹੈ। ਫਿਰ ਇਹ ਤੀਰਥ ਦੇ ਉੱਤੇ ਬਹੁਤੇ ਲੋਕ ਇਕੱਠੇ ਹੋਣਗੇ, ਭਾਰੀ ਸੰਗਤ ਦਾ ਇਕੱਠ ਹੋਵੇਗਾ। ਦੋਹਰਾ ਲਗਿਓ ਕਰਾਵਨ ਤਾਲ ਕੋ। ਇਸ ਤਰ੍ਹਾਂ ਪ੍ਰਿਥੀ ਚੰਦ ਉਥੇ ਹੇਹਰ ਪਿੰਡ ਸਰੋਵਰ ਬਣਵਾਉਣ ਲੱਗੇ ਹਨ। ਧਰ ਉਤਸ਼ਾਹ ਵਿਸ਼ਾਲ ਮਨ ਵਿੱਚ ਬੜਾ ਉਤਸ਼ਾਹ ਰੱਖਿਆ ਹੈ। ਖਰਚਾ ਦਰਬ ਸੋ ਸਰਬ ਕੋ। ਜਿਹੜਾ ਧਨ ਸੁਲੀਖਾਂ ਪਾਸੋਂ ਲਿਆ ਸੀ ਸਾਰਾ ਹੀ ਖਰਚ ਦਿੱਤਾ। ਗੁਰ ਕੀ ਮਤ ਸਰ ਨਾਲ। ਕੀ ਖਰਚਿਆ ਕਿਉਂ? ਗੁਰ ਕੀ ਮਤ ਸਰ ਨਾਲ। ਗੁਰੂ ਨਾਲ ਈਰਖਾ ਕਰਦੇ ਹੋਏ ਨੇ। ਪੂਰੇ ਸਤਿਗੁਰਾਂ ਨਾਲ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਨਾਲ ਈਰਖਾ ਮਨ ਵਿੱਚ ਰੱਖੀ। ਈਰਖਾ ਵਸ ਹੋ ਕੇ ਸਾਰਾ ਹੀ ਧਨ ਖਰਚ ਦਿੱਤਾ। ਸ੍ਰੀ ਅਰਜਨ ਕੇ ਸਮ ਬਣੋ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਮਾਨ ਬਣਨਾ ਚਾਹੁੰਦਾ ਸੀ। ਕਰਤ ਪਖੰਡ ਅਨੇਕ। ਬੜੇ ਪਖੰਡ ਕਰਦਾ ਸੀ। ਪਰ ਗੁਰੂ ਵਾਕ ਹਨ ਬਾਣੀ ਵਿੱਚ ਪੜ੍ਹਦੇ ਹਾਂ, ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ। ਆਕਾਸ਼ ਵਿੱਚ ਉੱਡਦੇ ਪੰਛੀਆਂ ਵੱਲ ਦੇਖ ਕੇ ਨਾ ਕੀੜੇ ਵੀ ਚਾਹੁੰਦੇ ਨੇ ਕਿ ਅਸੀਂ ਵੀ ਉੱਡੀਏ, ਪਰ ਜਦੋਂ ਮੀਂਹ ਪੈ ਕੇ ਹਟਦਾ ਦੇਖਦੇ ਹਾਂ ਕਿ ਉਹ ਕੀੜੇ ਆਪ ਕਿਤੇ ਤੇ ਖੰਭ ਕਿਤੇ। ਜਿਨ੍ਹਾਂ ਨੇ ਰੀਸ ਕਰਨੀ ਚਾਹੀ ਪੂਰੇ ਸਤਿਗੁਰਾਂ ਦੀ, ਉਹਨਾਂ ਦੇ ਆਪਾਂ ਜੀਵਨ ਦੇਖ ਸਕਦੇ ਹਾਂ ਕਿ ਅੱਜ ਉਹਨਾਂ ਦੇ ਜੀਵਨ ਕੀ ਹਨ। ਪਰ ਬਰਾਬਰੀ ਪੂਰੇ ਦੀ ਕਰਨ ਦਾ ਯਤਨ ਕੀਤਾ। ਪ੍ਰਿਥੀ ਚੰਦ ਚਾਹੁੰਦਾ ਸੀ ਕਿ ਮੈਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵਾਂਗੂ ਬਣਾ, ਤੇ ਬੜੇ ਪਖੰਡ ਕਰਦਾ ਸੀ। ਅਜਮਤ ਪਾਵੈ ਕਹਾਂ ਤੇ। ਪਰ ਹੁਣ ਪੂਰੇ ਗੁਰੂ ਵਾਲੀ ਜਿਹੜੀ ਬਰਕਤ ਸੀ ਉਹ ਕਿੱਥੋਂ ਲਿਆਵੇ? ਗਿਆਨ ਬਹੀਨ ਵਿਵੇਕ। ਜਿਹੜਾ ਹੈ ਹੀ ਗਿਆਨ ਤੋਂ ਖਾਲੀ, ਜੋ ਅਜਮਤਾਂ ਗੁਰੂ ਅਰਜਨ ਦੇਵ ਸਾਹਿਬ ਦੇ ਦਰ ਤੇ ਵਰਤ ਰਹੀਆਂ ਨੇ, ਉਹ ਅਜਮਤਾਂ ਕਿੱਥੋਂ ਲਿਆਵੇਗਾ? ਹੁਣ ਹੈ ਅਜਮਤ ਤੋਂ ਖਾਲੀ, ਗਿਆਨ ਤੋਂ ਖਾਲੀ, ਫਿਰ ਕਹਿਣਾ ਜੀ ਅਜਮਤਾਂ ਤਾਂ ਹੁੰਦੀਆਂ ਹੀ ਨਹੀਂ। ਪਰ ਮਹਾਰਾਜ ਦੇ ਬਚਨ ਆਪਾਂ ਬਾਣੀ ਅੰਦਰ ਪੜ੍ਹਦੇ ਹਾਂ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰੇ। ਸੰਗਤ ਜੀ ਇੱਥੇ ਤਾਂ ਅੱਜ ਵੀ ਉਹ ਕਰਾਮਾਤਾਂ ਅਜਮਤਾਂ ਵਰਤਦੀਆਂ ਨੇ। ਜਿਨ੍ਹਾਂ ਉੱਤੇ ਬਖਸ਼ਿਸ਼ਾਂ ਹੋਈਆਂ ਉਹ ਜਾਣਦੇ ਨੇ ਤੇ ਉਹ ਫਿਰ ਦੱਸਦੇ ਵੀ ਨੇ ਕਿ ਜਿਨ੍ਹਾਂ ਦੇ ਰੋਗ ਹੀ ਐਸੇ ਲਾ ਇਲਾਜ ਸਨ, ਜਿਨ੍ਹਾਂ ਨੂੰ ਸਾਰੇ ਪਾਸੋਂ ਜਵਾਬ ਸੀ, ਉਹਨਾਂ ਦਾ ਗੁਰੂ ਰਾਮਦਾਸ ਜੀ ਦੇ ਦਰ ਤੇ ਆ ਕੇ ਉਹ ਦੁੱਖ ਵੀ ਕੱਟਿਆ ਗਿਆ, ਉਹ ਰੋਗ ਵੀ ਕੱਟਿਆ ਗਿਆ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਇਹ ਬਖਸ਼ਿਸ਼ਾਂ ਤੇ ਉਹ ਹੀ ਜਾਣਦਾ ਜਿਹਦੇ ਉੱਤੇ ਵਰਤਦੀਆਂ ਨੇ। ਪਰ ਹੁਣ ਕੀ ਚਾਹੁੰਦਾ ਸੀ? ਪਖੰਡ ਕਰਕੇ ਗੁਰੂ ਦੀ ਬਰਾਬਰੀ ਕਰਨੀ। ਪਰ ਹੁਣ ਗਿਆਨ ਤੋਂ ਹੀਣਾ ਉਹ ਅਜਮਤਾਂ ਕਿੱਥੋਂ ਲਿਆਵੇ ਜਿਹੜੀਆਂ ਪੂਰੇ ਗੁਰੂ ਦੇ ਦਰ ਤੇ ਵਰਤਦੀਆਂ ਨੇ? ਦੋਹਰਾ ਸ੍ਰੀ ਗੁਰ ਸੋ ਮਤ ਸਰ ਧਰਤ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਨਾਲ ਈਰਖਾ ਰੱਖਦਾ ਸੀ। ਰਚਤ ਦੰਬ ਬਹੁ ਭਾਂਤ। ਬੜੇ ਪਖੰਡ ਕਰਦਾ ਸੀ। ਲਾਗ ਤੜਾਕ ਬਣਾਵਣੇ। ਵੱਡਾ ਜਿਹੜਾ ਸਰੋਵਰ ਸੀ ਬਣਾਉਣ ਲੱਗਾ। ਕਹਿ ਮਹਿਮਾ ਬਾਤ। ਤੇ ਇਸ ਸਰੋਵਰ ਦੀ ਮਹਿਮਾ ਆਪਣੇ ਮੂੰਹੋਂ ਹੀ ਕਹੀ ਜਾਂਦਾ ਸੀ। ਜਿਸ ਤਰ੍ਹਾਂ ਇਸ ਸਥਾਨ ਦੀ ਮਹਿਮਾ ਗੁਰਦੇਵ ਨੇ ਬਾਣੀ ਅੰਦਰ ਬਿਆਨ ਕੀਤੀ ਹੈ। ਹਰ ਮੰਦਰ ਹਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਂ। ਇਹ ਹਰਿਮੰਦਰ ਸਾਹਿਬ ਦੀ ਸਿਰਜਣਾ ਸੰਤਾਂ ਅਤੇ ਭਗਤਾਂ ਦੇ ਅਕਾਲ ਪੁਰਖ ਦੇ ਗੁਣ ਗਾਉਣ ਵਾਸਤੇ ਦੀ ਹੋਈ ਹੈ। ਸਰੋਵਰ ਦੀ ਮਹਿਮਾ ਵੀ ਬਾਣੀ 'ਚ ਪੜ੍ਹਦੇ ਹਾਂ, ਅਸਥਾਨ ਦੀ ਮਹਿਮਾ ਪੜ੍ਹਦੇ ਹਾਂ। ਤੇ ਇਸ ਅਸਥਾਨ ਦੀ ਮਹਿਮਾ ਭਾਈ ਗੁਰਦਾਸ ਜੀ ਨੇ ਵਾਰਾਂ ਵਿੱਚ ਵੀ ਕੀਤੀ ਹੈ। ਬੈਠਾ ਸੋਢੀ ਪਾਤਸ਼ਾਹ ਆਰਾਮ ਦਾ ਸਤਿਗੁਰੂ ਕਹਾਵੇ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਤੇ ਇਸ ਤਰ੍ਹਾਂ ਦੀ ਮਹਿਮਾ ਪ੍ਰਿਥੀ ਚੰਦ ਜਿਉਂ-ਜਿਉਂ ਸਰੋਵਰ ਬਣਵਾਵੇ ਤਿਉਂ-ਤਿਉਂ ਲੋਕਾਂ ਨੂੰ ਸੁਣਾਵੇ ਕਿ ਇਸ ਸਰੋਵਰ ਦੀ ਬੜੀ ਮਹਿਮਾ ਹੈ। ਨਿਸ਼ਾਨੀ ਛੰਦ ਖਰਚਤ ਦਰਬ ਵਿਸਾਲ ਕੋ ਆਵੇ ਲਗਵਾਈ। ਬਹੁਤਾ ਧਨ ਖਰਚ ਕੇ ਪ੍ਰਿਥੀ ਚੰਦ ਨੇ ਵੱਡੇ ਵੱਡੇ ਇੱਟਾਂ ਦੇ ਆਵੇ ਲਵਾ ਲਏ। ਬ੍ਰਿੰਦ ਮਿਹਨਤੀ ਲਗ ਪਰੇ ਬਹੁਕਾਰ ਕਰਾਏ। ਬੜੇ ਮਿਹਨਤੀ ਲੋਕ ਲਾਏ ਗਏ, ਮਿਹਨਤੀ ਲੋਕ ਪੈਸੇ ਖਰਚ ਕੇ ਲਵਾਏ ਗਏ।
ਇਹ ਤਾਂ ਇੱਕ ਵਾਰ ਇੱਥੇ ਪੂਰੇ ਗੁਰੂ ਦੀ ਦਰ ਦੀ ਮਹਿਮਾ ਐਸੀ ਹੈ, ਇੱਕ ਵਾਰ ਸੰਗਤਾਂ ਨੂੰ ਕਿਹਾ ਜਾਵੇ ਗੁਰੂ ਰਾਮਦਾਸ ਦੇ ਦਰ ਦੀ ਸੇਵਾ ਕਰਨੀ, ਕਮਰ ਕਸ ਕਰਕੇ ਲੱਖਾਂ ਹੀ ਸੰਗਤਾਂ ਦਾ ਇਕੱਠ ਇਸ ਸਥਾਨ ਤੇ ਹੋ ਜਾਂਦਾ ਹੈ। ਬਸ ਪਤਾ ਲੱਗਣ ਦੀ ਦੇਰ ਹੈ। ਸੰਗਤ ਜੀ, ਪਿਛਲੇ ਦਿਨੀ ਜਦੋਂ ਵੀ ਕਾਰ ਸੇਵਾ ਹੋਈ ਹੈ ਅਸਥਾਨਾਂ ਦੀ, ਤੇ ਉਹ ਸੰਗਤਾਂ ਜਿਨ੍ਹਾਂ ਨੇ ਸਰੋਵਰ ਦੀ ਸੇਵਾ ਬਾਹਰ ਕੱਢਣੀ ਸੀ ਤੇ ਹੱਥਾਂ ਵਿੱਚ ਹੀ ਸੇਵਾ ਲੈ ਕੇ ਆਪਣੇ ਕੱਪੜਿਆਂ ਦੇ ਉੱਤੇ ਵਸਤਰਾਂ ਤੇ ਸੇਵਾ ਰੱਖ ਕੇ ਸਾਰੀਆਂ ਸੰਗਤਾਂ ਕੱਢਦੀਆਂ ਰਹੀਆਂ। ਭਾਰੀ ਇਕੱਠ ਪੈ ਰੱਖਣ ਦੀ ਥਾਂ ਨਹੀਂ ਲੱਭਦੀ। ਹੁਣ ਪ੍ਰਿਥੀ ਚੰਦ ਨੇ ਬਹੁਤੇ ਮਿਹਨਤੀ ਮਜ਼ਦੂਰ ਸੱਦੇ ਨੇ, ਪੈਸੇ ਦੇ ਕੇ ਉਹਨਾਂ ਨੂੰ ਸਰੋਵਰ ਬਣਾਉਣ ਵਾਸਤੇ ਲਾਇਆ ਹੈ। ਖਣਿਓ ਤੁਰਤ ਬੜ ਤਾਲ ਕੋ ਮ੍ਰਿਤਕਾ ਨਿਕਸਾਈ। ਮਿਹਨਤੀ ਲੋਕਾਂ ਨੇ ਜਿਹੜੇ ਪੈਸੇ ਲੈ ਕੇ ਲੱਗੇ ਸਨ, ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਤੇ ਬੜੀ ਛੇਤੀ ਹੀ ਸਰੋਵਰ ਦੀ ਮਿੱਟੀ ਜਿਹੜੀ ਸੀ ਉਹ ਕੱਢ ਲਈ ਹੈ। ਚੌਂਦਿਸ਼ ਤੇ ਇੱਕ ਸਾਰ ਕਰ ਚਿੰਤੀ ਲਗਵਾਈ। ਚਾਰੋਂ ਪਾਸੋਂ ਇੱਕੋ ਜਿਹਾ ਬਣਵਾਇਆ। ਅੱਜ ਇਸ ਤਰ੍ਹਾਂ ਹਰਿਮੰਦਰ ਸਾਹਿਬ ਦਾ ਸਰੋਵਰ ਚਾਰੇ ਪਾਸੇ ਇੱਕ ਜਿਹਾ ਹੈ, ਫਿਰ ਸਾਰੇ ਸਰੋਵਰ ਦੀ ਚਣਵਾਈ ਕਰਵਾ ਦਿੱਤੀ। ਦਿਨ ਸਗਰੇ ਬੈਠਿਓ ਰਹਿ ਕਹਿ ਕਹਿ ਕਰਵਾਵਾ। ਸਾਰਾ ਦਿਨ ਕੋਲ ਬੈਠਾ ਰਹਿੰਦਾ ਸੀ ਤੇ ਮਜ਼ਦੂਰਾਂ ਨੂੰ ਮਿਸਤਰੀਆਂ ਨੂੰ ਕਹਿ ਕਹਿ ਕੇ ਉਹਦੀ ਤਿਆਰੀ ਕਰਵਾਉਂਦਾ ਸੀ। ਇੱਥੇ ਤਾਂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਜੀ ਦਾ ਵਚਨ ਮੰਨ ਕੇ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਅਰਦਾਸ ਕਰਵਾਈ, ਆਪਣੇ ਹੱਥੀਂ ਸਰੋਵਰ ਦਾ ਟੱਕ ਲਾਇਆ। ਇਸ ਸਥਾਨ ਦੀ ਮਹਿਮਾ ਮੁੱਖੋਂ ਬਿਆਨ ਕੀਤੀ ਹੈ। ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪ ਇਸ ਸਰੋਵਰ ਨੂੰ ਪੱਕਾ ਕਰਵਾਇਆ, ਹਰਿਮੰਦਰ ਸਾਹਿਬ ਦੀ ਇਮਾਰਤ ਤਿਆਰ ਕਰਵਾਈ। ਸੰਗਤ ਜੀ, ਸਰੋਵਰ ਦੇ ਕੰਢੇ ਤੇ ਸਥਾਨ ਬਣਿਆ ਹੈ ਬੇਰ ਬਾਬਾ ਬੁੱਢਾ ਸਾਹਿਬ ਜੀ। ਉੱਥੇ ਬਾਬਾ ਬੁੱਢਾ ਸਾਹਿਬ ਜੀ ਬਿਰਾਜਮਾਨ ਹੁੰਦੇ, ਸੰਗਤਾਂ ਤੋਂ ਆਈਆਂ ਸੰਗਤਾਂ ਤੋਂ ਸੇਵਾ ਕਰਵਾਉਂਦੇ। ਇੱਧਰ ਸਥਾਨ ਹੈ ਦੁੱਖ ਭੰਜਨੀ ਬੇਰ ਸਾਹਿਬ ਦੇ ਨੇੜੇ, ਇੱਥੇ ਗੁਰੂ ਅਰਜਨ ਦੇਵ ਸਾਹਿਬ ਜੀ ਬਿਰਾਜਮਾਨ ਹੁੰਦੇ। ਬੇਅੰਤ ਸੰਗਤਾਂ ਦਾ ਇਕੱਠ ਹੁੰਦਾ। ਆਪਣੇ ਜੀਵਨ ਨੂੰ ਸਫਲਾ ਕਰਨ ਵਾਸਤੇ, ਹੱਥਾਂ ਪੈਰਾਂ ਨੂੰ ਸਫਲ ਕਰਨ ਵਾਸਤੇ ਸੰਗਤਾਂ ਬੜੇ ਚਾਵਾਂ ਦੇ ਨਾਲ ਇੱਥੇ ਆਉਂਦੀਆਂ। ਜਦੋਂ ਸਰੋਵਰ ਦੀ ਸੇਵਾ ਹੋਈ, ਹਰਿਮੰਦਰ ਸਾਹਿਬ ਦੀ ਇਮਾਰਤ ਤਿਆਰ ਹੋਈ, ਪਰ ਦੂਜੇ ਪਾਸੇ ਪ੍ਰਿਥੀ ਚੰਦ ਨੇ ਮਿਹਨਤੀ ਮਜ਼ਦੂਰ ਲਵਾਏ, ਕੋਲ ਬੈਠ ਕੇ ਉਹ ਸਰੋਵਰ ਜਿਹੜਾ ਸੀ ਤਿਆਰ ਕਰਵਾਉਂਦਾ ਸੀ। ਦੇਤ ਮਜੂਰੀ ਸੰਝ ਕੋ ਪੁਨਸਾਰ ਲਗਾਵਾ। ਸਵੇਰ ਤੋਂ ਸ਼ਾਮ ਤੱਕ ਮਜ਼ਦੂਰਾਂ ਨੂੰ ਲਾਉਂਦਾ ਤੇ ਸੰਧਿਆ ਸਮੇਂ ਫਿਰ ਆਪ ਉਹਨਾਂ ਨੂੰ ਮਜ਼ਦੂਰੀ ਦਿੰਦਾ। ਗਨ ਕਾਰੀਗਰ ਚਿਣਤ ਹੈ ਸੁੰਦਰਤਾ ਸੰਗਾ। ਬਹੁਤੇ ਕਾਰੀਗਰ ਮਿਹਨਤੀ ਲਾਏ, ਬੜੇ ਸਿਆਣੇ ਕਾਰੀਗਰ ਲਿਆ ਕੇ ਲਾਏ ਤੇ ਉਹ ਫਿਰ ਉਹਨਾਂ ਨੇ ਬੜਾ ਸੋਹਣਾ ਸਰੋਵਰ ਇਹਨੂੰ ਬਣਾ ਕੇ ਦਿੱਤਾ। ਗੱਲ ਉਹਨਾਂ ਮਿਹਨਤੀਆਂ ਦੀ ਨਹੀਂ, ਗੱਲ ਉਹਨਾਂ ਦਿਮਾਗੀ ਲੋਕਾਂ ਦੀ ਨਹੀਂ ਕਿ ਜਿਹੜੇ ਆਪਣੇ ਦਿਮਾਗ ਦੀ ਕਾਢ ਦੇ ਨਾਲ ਕੋਈ ਵਧੀਆ ਇਮਾਰਤ ਤਿਆਰ ਕਰਾ ਲੈਣ। ਇੱਥੇ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪਏ। ਜ਼ਿਮੀਦਾਰ ਚੌਧਰੀ ਆਪ ਚੱਲ ਕੇ ਆਇਆ ਤੇ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਬਚਨ ਹੋਏ ਸੀ, ਇਸ ਅਸਥਾਨ ਤੇ ਭੋਗ ਤੇ ਮੋਖ ਦਾ ਪ੍ਰਵਾਹ ਚੱਲੇਗਾ। ਜਿਹੜੇ ਅਸਥਾਨ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਚਰਨ ਪਾ ਕੇ ਭਵਿੱਖਤ ਵਾਕ ਕਹੇ, ਗੁਰੂ ਅੰਗਦ ਦੇਵ ਸਾਹਿਬ ਜੀ ਦੇ ਮੁਬਾਰਕ ਚਰਨ ਪਏ। ਤੀਸਰੇ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਗੁਰੂ ਰਾਮਦਾਸ ਜੀ ਨੇ ਇਹ ਸਰੋਵਰ ਨੂੰ ਟੱਕ ਲਾਇਆ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਹੱਥੀਂ ਕਾਰ ਕਰਵਾਈ, ਇਮਾਰਤ ਤਿਆਰ ਕਰਵਾਈ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਾਹਮਣੇ ਸੋਹਣਾ ਤਖਤ ਹੈ। ਨਾਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਮੁਬਾਰਕ ਚਰਨ ਪਏ। ਨੇੜੇ ਸਤਿਗੁਰਾਂ ਦਾ ਸਥਾਨ ਹੈ ਭੌਰਾ ਸਾਹਿਬ। ਜਿਸ ਸਥਾਨ ਤੇ ਸਾਰੇ ਸਤਿਗੁਰਾਂ ਦੇ ਚਰਨ ਪਏ ਹੋਣ, ਉਸ ਸਥਾਨ ਦੀ ਮਹਿਮਾ ਕਿੰਨੀ ਹੈ। ਪਰ ਦੂਜੇ ਪਾਸੇ ਉਹ ਬਰਾਬਰੀ ਕਰਨਾ ਚਾਹ ਰਿਹਾ ਹੈ। ਬੜੇ ਸਿਆਣੇ ਮਜ਼ਦੂਰ ਲਿਆ ਕੇ ਲਾ ਦਿੱਤੇ। ਸੰਗਤ ਜੀ, ਇਸ ਸਥਾਨ ਦੀ ਮਹਿਮਾ ਦੁਨੀਆ ਦੇ ਵਿੱਚ ਹੋ ਰਹੀ ਹੈ, ਪਰ ਇਹ ਸਾਰਾ ਨਕਸ਼ਾ ਅਸਥਾਨ ਦਾ ਗੁਰੂ ਸਾਹਿਬ ਜੀ ਨੇ ਆਪ ਕਾਰੀਗਰਾਂ ਨੂੰ ਦੱਸਿਆ। ਭਾਵੇਂ ਬਾਅਦ ਵਿੱਚ ਮੁਗਲਾਂ ਵੱਲੋਂ, ਹਕੂਮਤ ਵੱਲੋਂ ਹਰਿਮੰਦਰ ਸਾਹਿਬ ਨੂੰ ਢਹਿ ਢੇਰੀ ਵੀ ਕੀਤਾ ਗਿਆ। ਕਸਰ ਫਿਰ ਜਿਹੜੇ ਆਪਣੇ ਕਹਿੰਦੇ ਸੀ ਉਹਨਾਂ ਨੇ ਵੀ ਕੋਈ ਨਾ ਛੱਡੀ। ਸਨ 1984 ਵਿੱਚ ਵੀ ਫਿਰ ਪੂਰਾ ਜ਼ੋਰ ਹਕੂਮਤ ਨੇ ਲਾਇਆ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਦੇ ਲਈ। ਪਰ ਜਿੱਦਾਂ ਦਾ ਨਕਸ਼ਾ ਗੁਰਦੇਵ ਦੱਸ ਕੇ ਗਏ, ਸਿੱਖਾਂ ਨੇ ਉਹ ਇਮਾਰਤਾਂ ਉਸੇ ਤਰ੍ਹਾਂ ਫਿਰ ਤਿਆਰ ਕਰਵਾ ਲਈਆਂ ਤੇ ਇਹ ਐਸੀ ਇਮਾਰਤਾਂ ਤਿਆਰ ਕਰਵਾਈਆਂ ਗੁਰੂ ਸਾਹਿਬ ਨੇ, ਜਿਸ ਦੀ ਮਹਿਮਾ ਦੁਨੀਆ ਭਰ ਦੇ ਵਿੱਚ ਵੱਡੇ ਵੱਡੇ ਇੰਜੀਨੀਅਰ ਆਪਣੇ ਮੂੰਹੋਂ ਕਹਿੰਦੇ ਹਨ। ਵੱਡੇ ਵੱਡੇ ਕਵੀ ਜਨ ਇਸ ਸਥਾਨ ਦੀ ਮਹਿਮਾ ਗਾਉਂਦੇ ਨੇ। ਹੁਣ ਬਰਾਬਰੀ ਤਾਂ ਪ੍ਰਿਥੀ ਚੰਦ ਨੇ ਵੀ ਕਰਨੀ ਚਾਹੀ। ਚੰਗੇ ਚੰਗੇ ਸਿਆਣੀ ਕਾਰੀਗਰ ਲਾ ਕੇ, ਉਹ ਬੜੇ ਸਿਆਣੇ ਸਨ, ਉਹਨਾਂ ਨੇ ਆਪਣੀ ਸਿਆਣਪਤਾ ਦੇ ਨਾਲ ਬੜਾ ਸੋਹਣਾ ਸਰੋਵਰ ਇਹਨੂੰ ਤਿਆਰ ਕਰਕੇ ਦਿੱਤਾ ਹੈ। ਦੇਖ ਦੇਖ ਹਰਖ ਹਿਰਦੈ ਤਰ ਬੜੀ ਉਮੰਗਾ। ਉਸ ਸਥਾਨ ਦੀ ਸੁੰਦਰਤਾ ਨੂੰ ਦੇਖ ਦੇਖ ਕੇ ਪ੍ਰਿਥੀ ਚੰਦ ਮਨ ਵਿੱਚ ਬੜੀ ਖੁਸ਼ੀ ਹੈ ਤੇ ਬੜੇ ਪ੍ਰਸੰਨ ਹੋ ਰਹੇ ਨੇ। ਕਰਤ ਸੁਧਾਸਰ ਰੀਸ ਕੋ ਤਿਸਹੀ ਬਿਦ ਜੀ ਕੀਨੋ। ਸੁਧਾਸਰ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਰੀਸ ਕਰਦੇ ਸੀ।
ਇਸੇ ਤਰ੍ਹਾਂ ਦਾ ਸਥਾਨ ਉਹਨਾਂ ਨੇ ਉੱਥੇ ਤਿਆਰ ਕਰਵਾਇਆ। ਅੱਜ ਕੁਝ ਹੋਰ ਲੋਕ ਵੀ ਇਸ ਸਥਾਨ ਦੀ ਮਹਿਮਾ ਕਰਦਿਆਂ ਹੋਇਆਂ ਉਹਨਾਂ ਨੇ ਵੀ ਸਥਾਨ ਤਿਆਰ ਕਰਵਾਏ, ਸਰੋਵਰ ਬਣਵਾਏ, ਇਮਾਰਤ ਵਿੱਚ ਬਣਵਾ ਦਿੱਤੀ ਕਿ ਇੱਦਾਂ ਹੀ ਭਾਰੀ ਇਕੱਠ ਲੋਕਾਂ ਦਾ ਇੱਥੇ ਵੀ ਹੋਵੇਗਾ। ਪਰ ਨਹੀਂ, ਪੂਰੇ ਦੀ ਬਰਾਬਰੀ ਹੋ ਨਹੀਂ ਸਕਦੀ। ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕੁਛ ਨਹੀਂ। ਪੂਰੇ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ। ਉਹਨੇ ਅੰਮ੍ਰਿਤਸਰ ਦੀ ਬਰਾਬਰੀ ਕਰਦਿਆਂ ਹੋਇਆਂ ਸਰੋਵਰ ਤਿਆਰ ਕਰਵਾ ਦਿੱਤਾ। ਮੰਦਰ ਤੀੜ ਤੜਾਗ ਕੋ ਸੁਭ ਰਚਨਾ ਚੀਨੋ। ਸੰਗਤ ਜੀ, ਇਸ ਤੜਾਗ ਨਾਮ ਸਰੋਵਰ ਦਾ ਹੈ। ਸਰੋਵਰ ਦੇ ਵਿੱਚ ਫਿਰ ਇੱਕ ਮੰਦਰ ਉਹ ਵੀ ਤਿਆਰ ਕਰਵਾਇਆ। ਮੰਦਰ ਭਾਵ ਸਥਾਨ, ਇੱਥੇ ਹਰੀ ਦਾ ਮੰਦਰ ਹੈ, ਉੱਥੇ ਉਹਨੇ ਵੀ ਇੱਕ ਐਸਾ ਸਥਾਨ ਜਿਹੜਾ ਸੀ ਸਰੋਵਰ ਦੇ ਵਿੱਚ ਤਿਆਰ ਕਰਵਾ ਦਿੱਤਾ ਹੈ। ਹਰ ਮੰਦਰ ਸਮੰਦਰ ਕਰੇ ਕਹਿ ਆਪ ਬਤਾਵੈ। ਸ਼੍ਰੀ ਹਰਮੰਦਰ ਸਾਹਿਬ ਵਾਂਗੂ ਦਰਵਾਜ਼ੇ ਲਵਾ ਦਿੱਤੇ ਤੇ ਉਸ ਅਸਥਾਨ ਦੀ ਮਹਿਮਾ ਫਿਰ ਆਪਣੇ ਮੂੰਹੋਂ ਕਹਿਣ ਲੱਗਾ। ਕਹਿ ਕੈ ਸ਼ਿਪਰ ਕਰਾਵਤੋ ਤਨ ਦੇਹ ਉਲਸਾਵੈ। ਕਾਰੀਗਰਾਂ ਨੂੰ ਬਹੁਤਾ ਧਨ ਦੇ ਕੇ ਖੁਸ਼ ਕਰਦਾ ਸੀ ਤੇ ਛੇਤੀ ਛੇਤੀ ਉਹਦੀ ਅਸਵਾਰੀ ਕਰਵਾਉਂਦਾ ਸੀ। ਮਾਨ ਸਰੋਵਰ ਬਿਮਲ ਜਲ ਕਰ ਹੰਸਨ ਕੀਰਾ। ਸੰਗਤ ਜੀ, ਇੱਕ ਪਾਸੇ ਹੋਵੇ ਮਾਨ ਸਰੋਵਰ ਤੇ ਉਹ ਮਾਨ ਸਰੋਵਰ ਜਿਹੜਾ ਘਰ ਹੈ ਉਹ ਹੰਸਾਂ ਦਾ ਹੁੰਦਾ ਹੈ। ਤਿਮ ਅੰਮ੍ਰਿਤਸਰ ਕੀਰਤਨ ਗਣ ਸੰਤ ਬਸੇਰਾ। ਇੱਥੇ ਹੁਣ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਇਹਨਾਂ ਛੰਦਾਂ ਦੇ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਮਹਿਮਾ ਬਿਆਨ ਕਰਦੇ। ਮੈਂ ਆਰੰਭਤਾ ਤੇ ਕਹਿ ਦਿੱਤਾ ਕਿ ਜਿਹੜੇ ਲੋਕਾਂ ਨੇ ਆਪਣੇ ਅਸਥਾਨ ਬਰਾਬਰਤਾ ਕਰਨ ਵਾਸਤੇ ਤਿਆਰ ਕਰਵਾਏ, ਉਹਨਾਂ ਨੇ ਇਹਨਾਂ ਗ੍ਰੰਥਾਂ ਦੀ ਇਤਿਹਾਸ ਦੀ ਨਿੰਦਿਆ ਕੀਤੀ ਹੈ। ਕਾਰਨ ਆਪ ਸਮਝ ਸਕਦੇ ਹਾਂ। ਜਿਸ ਤਰ੍ਹਾਂ ਪ੍ਰਿਥੀ ਚੰਦ ਨੇ ਇਮਾਰਤ ਤਿਆਰ ਕਰਵਾ ਕੇ ਬਰਾਬਰੀ ਕਰਨੀ ਚਾਹੀ ਤੇ ਕਸਰ ਇਹਨਾਂ ਲੋਕਾਂ ਨੇ ਵੀ ਨਾ ਛੱਡੀ। ਰਹੋ ਵਿਚਾਰ। ਇੱਥੇ ਭਾਈ ਸਾਹਿਬ ਲਿਖਦੇ ਨੇ ਕਿ ਜਿਹੜਾ ਮਾਨ ਸਰੋਵਰ ਹੈ ਨਾ, ਮਾਨ ਸਰੋਵਰ ਦੇ ਉੱਤੇ ਰਹਿੰਦੇ ਨੇ ਹੰਸ। ਬਗਲਿਆਂ ਦਾ ਤੇ ਕੋਈ ਕੰਮ ਨਹੀਂ ਮਾਨ ਸਰੋਵਰ ਤੇ। ਗੁਰਦੇਵ ਦੇ ਪਾਵਨ ਵਾਕ ਆਪਾਂ ਬਾਣੀ 'ਚ ਪੜ੍ਹਦੇ ਹਾਂ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ। ਕਿਉਂਕਿ ਮਾਨ ਸਰੋਵਰ ਦੇ ਵਿੱਚ ਹੀਰੇ ਤੇ ਮੋਤੀ ਨਿਕਲਦੇ ਨੇ ਤੇ ਹੰਸ ਉਹਨੂੰ ਖਾ ਕੇ ਆਪਣਾ ਪੇਟ ਭਰਦੇ। ਪਰ ਜਿਹੜੇ ਬਗਲੇ ਨੇ ਉਹਨਾਂ ਦਾ ਨਿਵਾਸ ਕਿੱਥੇ ਹੁੰਦਾ ਹੈ? ਛੱਪੜਾਂ ਦੇ ਉੱਤੇ, ਤੇ ਉੱਥੇ ਉਹ ਡੱਡੀਆਂ ਤੇ ਮੱਛੀਆਂ ਖਾ ਕੇ ਆਪਣੇ ਪੇਟ ਦੀ ਪੂਰਤੀ ਕਰਦੇ। ਹਰਮੰਦਰ ਸਾਹਿਬ ਦੀ ਮਹਿਮਾ ਲਿਖਦੇ ਨੇ ਕਿ ਜਿਸ ਤਰ੍ਹਾਂ ਮਾਨ ਸਰੋਵਰ ਤੇ ਹੰਸ ਰਹਿੰਦੇ ਨੇ, ਉਸੇ ਤਰ੍ਹਾਂ ਤਿਮ ਅੰਮ੍ਰਿਤਸਰ ਕੀਰਤਨ ਗਨ ਸੰਤ ਬਸੇਰਾ। ਅੰਮ੍ਰਿਤਸਰ ਦੇ ਵਿੱਚ ਸੰਤ ਜਨ ਰਹਿੰਦੇ ਨੇ, ਇੱਥੇ ਕੀਰਤਨ ਗਾਉਂਦੇ ਨੇ, ਉਹਨਾਂ ਸੰਤਾਂ ਦਾ ਵਾਸਾ ਹੈ। ਕਮਲ ਪ੍ਰਫੁੱਲਤ ਬਹੁ ਬਰਨ ਦਿਪਤਾਵਤ ਸ਼ੋਭਾ। ਜਿਸ ਤਰ੍ਹਾਂ ਕਮਲ ਦੇ ਫੁੱਲ ਖਿੜਦੇ ਨੇ, ਉਹਨਾਂ ਦੀ ਬੜੀ ਸ਼ੋਭਾ ਵੱਧਦੀ ਹੈ। ਸਤਨਾਮ ਹਰ ਰਾਮ ਪ੍ਰਭ ਅਲ ਜਨ ਗਣ ਲੋਭਾ। ਇਸੇ ਤਰ੍ਹਾਂ ਕਮਲ ਦੇ ਫੁੱਲ ਵਾਂਗੂ ਇੱਥੇ ਖਿੜਾਵਟ ਹੋਈ ਹੈ। ਸਤਨਾਮ ਦਾ, ਹਰੀ ਅਕਾਲ ਪੁਰਖ ਪ੍ਰਭੂ ਦੇ ਨਾਮ ਦਾ ਅੱਠੇ ਪੈਰ ਜਾਪ ਹੋ ਰਿਹਾ ਹੈ। ਅਲ ਜਨ ਗਨ ਲੋਭਾ। ਤੇ ਜਿਹੜੇ ਜਨ ਆ ਰਹੇ ਨੇ ਨਾ, ਇਹ ਮਾਨੋ ਭੌਰੇ ਦੀ ਤਰ੍ਹਾਂ ਨੇ ਤੇ ਇਸ ਕਮਲ ਦੇ ਉੱਤੇ ਆ ਕੇ ਉਹ ਲੁਭਾਏਮਾਨ ਹੁੰਦੇ ਨੇ। ਜਿਸ ਤਰ੍ਹਾਂ ਜਦੋਂ ਕਮਲ ਦੇ ਫੁੱਲ ਉੱਤੇ ਆਉਂਦੇ ਨੇ ਭੌਰੇ, ਤੇ ਭੌਰਾ ਆ ਕੇ ਕਮਲ ਦੇ ਫੁੱਲ ਦੇ ਉੱਤੇ ਰਸ ਲੈਂਦਾ ਹੈ, ਇਸੇ ਤਰ੍ਹਾਂ ਹਰਮੰਦਰ ਸਾਹਿਬ ਇਹ ਕਮਲ ਦੇ ਫੁੱਲ ਦੀ ਨਿਆਈ। ਅਤੇ ਇੱਥੇ ਜਿਹੜੇ ਸਿੱਖ ਆਉਂਦੇ ਨੇ ਉਹ ਹਨ ਕਮਲ ਦੇ ਫੁੱਲ ਉੱਤੇ ਆਉਣ ਵਾਲੇ ਭੌਰੇ। ਵਿੱਚ ਸੁੰਦਰ ਮਕਰੰਦ ਹੈ ਆਨੰਦ ਸੰਦੋਹਾ। ਫਿਰ ਇਸ ਕਮਲ ਦੇ ਫੁੱਲ ਵਿੱਚ ਸੁੰਦਰ ਮਕਰੰਦ, ਮਕਰੰਦ ਨਾਮ ਰਸ ਦਾ ਹੈ, ਤੇ ਇਸ ਮਕਰੰਦ ਰਸ ਨੂੰ ਲੈ ਕੇ ਆਨੰਦ ਮਾਣਦੇ। ਬੇਅੰਤੀ ਸੰਗਤਾਂ ਸ਼੍ਰੀ ਹਰਿਮੰਦਰ ਸਾਹਿਬ ਪਹੁੰਚਦੀਆਂ ਨੇ ਤੇ ਕਵੀ ਜੀ ਕਹਿ ਰਹੇ ਨੇ ਕਿ ਇੱਥੇ ਵਾਸਾ ਪਤਾ ਕਿਹਨਾਂ ਦਾ ਹੈ। ਜਿਸ ਤਰ੍ਹਾਂ ਮਾਨ ਸਰੋਵਰ ਤੇ ਹੰਸ ਵਸਦੇ ਨੇ ਨਾ, ਇਸ ਤਰ੍ਹਾਂ ਹਰਿਮੰਦਰ ਸਾਹਿਬ ਅੰਮ੍ਰਿਤਸਰ ਮਾਨ ਸਰੋਵਰ ਹੈ, ਇੱਥੇ ਸੰਤ ਜਨਾਂ ਦਾ ਵਾਸਾ ਹੈ। ਤੇ ਫਿਰ ਕਮਲ ਦੇ ਫੁੱਲ ਸੋਹਣੇ ਖਿੜੇ ਹੋਏ ਨੇ ਤੇ ਭੌਰੇ ਆ ਕੇ ਲੁਭਾਏਮਾਨ ਹੁੰਦੇ ਨੇ। ਇਸੇ ਤਰ੍ਹਾਂ ਸਿੱਖ ਭੌਰਿਆਂ ਦੀ ਤਰ੍ਹਾਂ ਨੇ, ਇੱਥੇ ਆ ਕੇ ਰਸ ਲੈਂਦੇ, ਆਨੰਦ ਲੈਂਦੇ ਨੇ। ਲਗ ਦੀਰਘ ਦਲ ਬ੍ਰਿੰਦ ਹੈ ਸਦ ਗੁਣ ਗੁਣ ਗਨ ਗੁਣ ਸੋਹਾ। ਇਸੇ ਤਰ੍ਹਾਂ ਛੋਟੇ ਅਤੇ ਵੱਡੇ ਜਿਹੜੇ ਹਨ ਉਹ ਲਗ ਦੀਰਘ ਦਲ ਬ੍ਰਿੰਦ ਹੈ ਤੇ ਫਿਰ ਸਦ ਗੁਣ ਗਨ ਸੋਹਾ। ਗੁਣਾਂ ਦੇ ਸਹਿਤ ਬਹੁਤ ਸ਼ੋਭਾ ਪਾਉਂਦੇ ਹਨ। ਜਹ ਪ੍ਰਾਗ ਸ਼ਰਦਾ ਸੁਭਾਗ ਚੌਂਦਿਸ ਪਸਰੰਤੀ। ਪ੍ਰਾਗ ਨਾਮ ਹੈ ਧੂੜੀ ਦਾ, ਜਿੱਥੇ ਸ਼ਰਧਾ ਰੂਪੀ ਧੂੜੀ ਚਾਰੇ ਪਾਸੇ ਫੈਲੀ ਹੈ। ਜਿੱਥੇ ਮਰਜੀ ਆ ਕੇ ਨਤਮਸਤਕ ਹੋ ਜਾਈਏ। ਸਿੱਖਾਂ ਦੇ ਮਨਾਂ ਵਿੱਚ ਸ਼ਰਧਾ ਹੈ ਨਾ। ਕਈ ਵਾਰੀ ਸੰਗਤ ਦਾ ਇਕੱਠ ਜ਼ਿਆਦਾ ਹੁੰਦਾ ਹੈ ਤੇ ਕਈ ਗੁਰਮੁਖ ਪਿਆਰੇ ਜਨ ਜਿਹੜੇ ਨੇ ਉਹਨਾਂ ਦੇ ਕਿਤੇ
ਜਾਂ ਜ਼ਿਆਦਾ ਰੁਝੇਵੇਂ ਜਿਹੜੇ ਵੱਡੇ ਹੋਣ ਤੇ ਕਈ ਵਾਰੀ ਉਹ ਪਰਿਕਰਮਾ 'ਚ ਹੀ ਨਮਸਕਾਰ ਕਰਕੇ ਸ਼ਰਧਾ ਦੇ ਨਾਲ ਇੱਥੋਂ ਗੁਰੂ ਕੀਆਂ ਖੁਸ਼ੀਆਂ ਲੈ ਲੈਂਦੇ ਨੇ। ਕਵੀ ਜੀ ਕਹਿੰਦੇ ਮਾਨੋ ਜਿਸ ਤਰ੍ਹਾਂ ਧੂੜੀ ਪਸਰੀ ਹੁੰਦੀ ਹੈ ਨਾ ਕਮਲ ਦੇ ਫੁੱਲ ਤੇ, ਇਸ ਤਰ੍ਹਾਂ ਸਿੱਖ ਸ਼ਰਧਾ ਰੂਪੀ ਧੂੜੀ ਇੱਥੋਂ ਲੈਂਦੇ ਨੇ ਤੇ ਫਿਰ ਚਾਰੇ ਪਾਸੇ ਜਿਹੜੀ ਹੈ ਉਹ ਧੂੜੀ ਫੈਲੀ ਹੋਈ ਹੈ, ਜਿੱਥੋਂ ਮਰਜ਼ੀ ਬਖਸ਼ਿਸ਼ਾਂ ਲੈ ਲਓ। ਸੁਠ ਮਿਰਨਾਲ ਗੁਰ ਚਰਨ ਕੀ ਪ੍ਰੀਤੀ ਭਜੰਤੀ। ਫਿਰ ਸੁੰਦਰ ਕਮਲ ਦੀ ਜੋ ਡੰਡੀ ਹੈ ਉਹ ਹੈ ਪ੍ਰੀਤੀ। ਕਮਲ ਦਾ ਫੁੱਲ ਡੰਡੀ ਤੇ ਖੜਾ ਹੁੰਦਾ ਹੈ ਨਾ, ਇਸੇ ਤਰ੍ਹਾਂ ਸਿੱਖਾਂ ਦੇ ਅੰਦਰ ਜਿਹੜੀ ਪ੍ਰੀਤੀ ਪ੍ਰੇਮ ਹੈ ਗੁਰੂ ਦੇ ਨਾਲ, ਇਹ ਕਮਲ ਦੇ ਫੁੱਲ ਦੀ ਡੰਡੀ ਹੈ। ਮੁਕਤਾ ਮੁਕਤ ਅਨੇਕ ਹੀ ਲੈ ਸੰਤ ਮਰਾਲਾ। ਇੱਥੇ ਕਮਲ ਜਿਹੜੇ ਸੰਤ ਨੇ ਹੰਸ ਦੀ ਤਰ੍ਹਾਂ ਹਨ। ਇੱਥੇ ਆ ਕੇ ਜਿਸ ਤਰ੍ਹਾਂ ਹੰਸ ਮੋਤੀ ਚੁਗਦੇ ਨੇ ਨਾ, ਇੱਥੇ ਸੰਤ ਜਨ ਆ ਕੇ ਮੁਕਤੀ ਦੇ ਮੋਤੀ ਪ੍ਰਾਪਤ ਕਰਦੇ। ਬੇਅੰਤੀ ਇੱਥੋਂ ਮੁਕਤੀਆਂ ਬਖਸ਼ਿਸ਼ਾਂ ਲੈ ਗਏ। ਆਪਾਂ ਅੰਮ੍ਰਿਤ ਵੇਲੇ ਦਰਸ਼ਨ ਕਰਦੇ ਹਾਂ ਉਹ ਸੁਭਾਗੀਆਂ ਰੂਹਾਂ ਦੇ, ਹੁਣ ਵੀ ਭਾਵੇਂ ਕਰ ਲਓ। ਲੰਗਰ ਵਿੱਚ ਬੈਠੇ ਸੰਗਤ ਸੇਵਾ ਕਰ ਰਹੀ ਸ਼ਰਧਾ ਦੇ ਨਾਲ, ਜੋੜਿਆਂ ਵਿੱਚ ਬੈਠੀ ਭਾਵਨਾ ਨਾਲ ਜੋੜੇ ਝਾੜ ਰਹੀ ਸੰਗਤ ਦੇ, ਪਰਿਕਰਮਾ ਵਿੱਚ ਖਲੋਤੀਆਂ ਸੰਗਤਾਂ ਸੇਵਾਵਾਂ ਲਾ ਰਹੀਆਂ ਨੇ। ਇੱਥੇ ਆਉਂਦੇ ਨੇ ਸੰਤ ਜਨ, ਜਿਸ ਤਰ੍ਹਾਂ ਮਾਨ ਸਰੋਵਰ ਤੇ ਆਉਂਦੇ ਨੇ ਹੰਸ, ਉਹ ਮੋਤੀ ਚੁਗਦੇ ਨੇ। ਇਹ ਮਾਨ ਸਰੋਵਰ ਗੁਰੂ ਰਾਮਦਾਸ ਜੀ ਦਾ, ਇੱਥੇ ਸੰਤ ਜਨ ਆਉਂਦੇ ਨੇ ਤੇ ਮੋਤੀ ਰੂਪੀ ਮੋਤੀ, ਮੁਕਤੀ ਰੂਪੀ ਮੋਤੀ ਪ੍ਰਾਪਤ ਕਰਦੇ ਹਨ। ਮਿਲਹਿ ਬਿਨੋਦ ਪ੍ਰਮੋਦ ਤੇ ਚਹੁਕੋਦ ਵਿਸਾਲਾ। ਚਾਰੇ ਪਾਸੇ ਇੱਥੇ ਬਹੁਤਾ ਆਨੰਦ ਮਿਲਦਾ ਹੈ। ਕਿਤੋਂ ਵੀ ਬੈਠ ਜਾਓ ਤੇ ਕੀਰਤਨ ਦਾ ਪ੍ਰਵਾਹ ਠੇ ਪੈਰ ਚੱਲ ਰਿਹਾ ਹੈ ਤੇ ਇੱਥੇ ਬੈਠ ਕੇ ਆਨੰਦ ਦਾ ਪ੍ਰਵਾਹ ਜਿਹੜਾ ਹੈ, ਕੀਰਤਨ ਦਾ ਪ੍ਰਵਾਹ, ਉਹਦੇ ਵਿੱਚੋਂ ਆਨੰਦ ਲੈਂਦੀਆਂ ਨੇ ਸੰਗਤਾਂ। ਬਕ ਸੰਪ੍ਰਥਿਆ ਦੇਖ ਕੇ ਚਿਤ ਚਾਉ ਉਠਾਵਾ। ਪਰ ਹੁਣ ਦੂਜੇ ਤਰਫ ਕਵੀ ਜੀ ਨੇ ਇੱਥੇ ਮਨ ਦੀ ਗੱਲ ਕਹਿ ਦਿੱਤੀ। ਜਿਹੜਾ ਗੁਰੂ ਦੀ ਬਰਾਬਰੀ ਕਰਨੀ ਚਾਹੁੰਦਾ ਹੈ, ਭਾਵੇਂ ਆਪਣਾ ਹੀ ਕਿਉਂ ਨਾ ਹੋਵੇ, ਜਿਹੜਾ ਗੁਰੂ ਦੇ ਦਰ ਦੀ ਮਹਿਮਾ ਨੂੰ ਨਹੀਂ ਜਾਣਦਾ, ਉਹਦੇ ਤਾਂ ਹੀ ਭਾਈ ਸੰਤੋਖ ਸਿੰਘ ਜੀ ਲਿਖਦੇ, ਕਹਿੰਦੇ ਪੜ੍ਹਿਓ ਪੰਕਤੀ ਫੇਰ। ਦੇਖ ਬਕ ਸੰਪ੍ਰਥਿਆ ਦੇਖ ਕੇ ਚਿਤ ਚਾਉ ਉਠਾਵਾ। ਬਕ ਕਹਿੰਦੇ ਨੇ ਬਗਲੇ ਨੂੰ, ਕਹਿੰਦੇ ਬਗਲੇ ਦੇ ਸਮਾਨ ਪ੍ਰਿਥੀ ਚੰਦ ਦੇਖ ਕੇ ਬਹੁਤ ਉਹਦਾ ਚਿੱਤ ਜਿਹੜਾ ਸੀ ਉਹਨੇ ਆਪਣੇ ਚਿੱਤ ਵਿੱਚ ਚਾਅ ਉਠਾਇਆ। ਜਿਸ ਤਰ੍ਹਾਂ ਬਗਲਾ ਛੱਪੜ ਦੇ ਉੱਤੇ ਬੈਠਦਾ ਏ, ਉਹਨੂੰ ਬੜਾ ਚਾਅ ਹੁੰਦਾ ਹੈ, ਕਿਉਂਕਿ ਉਹਦਾ ਭੋਜਨ ਛੱਪੜ ਵਿੱਚ ਹੀ ਹੁੰਦਾ ਹੈ। ਇੱਕ ਛੱਪੜੀ ਢਿੱਗ ਗ੍ਰਾਮ ਕੀ ਚੀਕਰ ਬਿਥਰਾਵਾ। ਇਹਰ ਪਿੰਡ ਦੇ ਨੇੜੇ ਇੱਕ ਇਸ ਨੇ ਛੱਪੜੀ ਬਣਾਈ ਹੈ। ਉਸ ਛੱਪੜ ਦੇ ਵਿੱਚ ਹੈ ਕੀ, ਕਹਿੰਦੇ ਚਿੱਕੜ ਹੈ। ਜਿਹੜਾ ਗੁਰੂ ਦੀ ਬਰਾਬਰੀ ਕਰੇ ਉਹ ਕਹਿੰਦੇ ਹੋਰ ਕੁਝ ਨਹੀਂ ਉਹਦੇ ਕੋਲ ਚਿੱਕੜ ਹੀ ਚਿੱਕੜ ਹੈ, ਉਹਦੇ ਕੋਲ ਗੰਦਗੀ ਹੈ ਨਾ, ਤਾਂ ਹੀ ਉਹ ਪੂਰੇ ਦੀ ਬਰਾਬਰੀ ਕਰਨੀ ਚਾਹੀ। ਇੱਥੇ ਤਾਂ ਸੰਤ ਜਨ ਆ ਕੇ ਸਰੋਵਰ ਵਿੱਚੋਂ ਬਖਸ਼ਿਸ਼ਾਂ ਲੈ ਗਏ, ਪਰ ਉੱਥੇ ਬਗਲੇ ਦੀ ਤਰ੍ਹਾਂ ਪ੍ਰਿਥੀ ਚੰਦ ਹੇਹਰ ਪਿੰਡ ਦੇ ਨੇੜੇ ਇੱਕ ਬਣਾਇਆ ਉਹਨੇ ਛੱਪੜ, ਉਹ ਛੱਪੜ ਜਿਹੜਾ ਚਿੱਕੜ ਨਾਲ ਭਰਿਆ ਹੈ। ਸਮਤਾ ਮਾਨਸ ਕੀ ਰਚੈ ਮਾਨਸ ਹਰ ਖਾਵੈ। ਮਾਨ ਸਰੋਵਰ ਦੀ ਬਰਾਬਰੀ ਕਰਨਾ ਚਾਹੁੰਦਾ ਹੈ, ਮਨ ਵਿੱਚ ਬੜਾ ਪ੍ਰਸੰਨ ਹੈ, ਪਰ ਦੱਸੋ ਮਾਨ ਸਰੋਵਰ ਦੀ ਬਰਾਬਰੀ ਛੱਪੜ ਕਰ ਸਕਦੇ ਨੇ? ਭਾਵੇਂ ਅਨੇਕਾਂ ਹੀ ਛੱਪੜ ਲੱਗੇ ਹੋਣ, ਪਿੰਡਾਂ ਦੇ ਕੰਢੇ ਦੇ ਉੱਤੇ ਛੱਪੜ ਹੁੰਦਾ ਹੈ, ਉਹ ਛੱਪੜ ਦੇ ਕੋਲ ਕਈ ਵਾਰੀ ਖਲੋਣਾ ਵੀ ਬੰਦਾ ਪਸੰਦ ਨਹੀਂ ਕਰਦਾ। ਹੁਣ ਮਾਨ ਸਰੋਵਰ ਦੀ ਬਰਾਬਰੀ ਇਹ ਛੱਪੜ ਕਿੱਥੋਂ ਕਰ ਲੈਣਗੇ? ਮਾਨਸ ਮੂਰਖ ਬ੍ਰਿੰਦ ਕੇ ਤਨ ਹਿਤ ਬਿਰਮਾਵਾ। ਮੂਰਖ ਲੋਕਾਂ ਦਾ ਸਮੂਹ ਤੇ ਧਨ ਕਰਕੇ ਲੋਕਾਂ ਨੂੰ ਭਰਮਾ ਲੈਂਦਾ ਸੀ। ਆਪਾਂ ਦੇਖਦੇ ਹਾਂ ਲੋਕ ਕਹਿੰਦੇ ਇਕੱਠ ਬੜਾ ਫਲਾਣੇ ਦੇ ਡੇਰੇ ਵਿੱਚ, ਉਹ ਇਕੱਠ ਹੁਣ ਕੀ ਕਹੀਏ। ਇੱਥੇ ਪੰਡਤ ਹਰਦਿਆਲ ਜੀ ਦਾ ਇੱਕ ਸ਼ਲੋਕ ਯਾਦ ਆਉਂਦਾ ਹੈ। ਉਹ ਲਿਖਦੇ ਹਨ ਕਿ ਇੱਕ ਭੇਡ ਜਿੱਧਰ ਜਾਵੇ ਉਧਰ ਸਾਰੀਆਂ ਹੀ ਉਹਦੇ ਪਿੱਛੇ ਜਾਂਦੀਆਂ ਨੇ, ਦੇਖਦੀਆਂ ਨਹੀਂ ਕਿ ਇਹ ਗਈ ਕਿੱਧਰ ਹੈ। ਇਸ ਤਰ੍ਹਾਂ ਉਹਨਾਂ ਨੇ ਜ਼ਿਕਰ ਕੀਤਾ ਹੈ, ਦੇਖੋ ਜਗਤ ਕੀ ਭੇਡਾ ਚਾਲ ਚਾਲਤੀ ਕੇ ਪਿੱਛੇ ਚਲੇ ਪਰਮਾਰਥ ਨਾ ਸੰਭਾਲ। ਦੇਖੋ ਜਗਤ ਕੀ ਮੂੜਤਾ, ਉਹ ਇਹਨੂੰ ਮੂਰਖਤਾ ਕਹਿੰਦੇ ਨੇ। ਪਰ ਜਿਹੜੇ ਗਿਆਨਵਾਨ ਹੁੰਦੇ ਉਹ ਸੋਝੀ ਰੱਖਦੇ ਨੇ। ਕਹਿੰਦੇ ਜਿਹੜੇ ਲੋਕ ਛੱਪੜ 'ਚ ਜਾ ਰਹੇ ਸਨ ਪ੍ਰਿਥੀ ਚੰਦ ਦੇ ਕੋਲ, ਮਾਨਸ ਮੂਰਖ ਬ੍ਰਿੰਦ ਕੇ, ਉਹ ਮੂਰਖ ਲੋਕਾਂ ਦਾ ਇਕੱਠ ਸੀ, ਟੋਲਾ ਸੀ, ਜਾਂ ਫਿਰ ਧਨ ਹਿੱਤ ਬਰਮਾਵੇ। ਇਹਨਾਂ ਭੋਲੀ ਭਾਲੀ ਜਨਤਾ ਨੂੰ ਥੋੜ੍ਹੀ ਬਹੁਤੀਆਂ ਸਹੂਲਤਾਂ ਦੇ ਕੇ ਉਹ ਲੋਕ ਭਰਮਾ ਲੈਂਦੇ ਨੇ ਕਿ ਤੁਹਾਡੇ ਘਰ ਬਣਾ ਦਿੰਦੇ, ਤੁਹਾਡੇ ਬੱਚੇ ਇੱਥੋਂ ਪੜ੍ਹ ਜਾਣਗੇ, ਤੁਹਾਨੂੰ ਸਕੂਲਾਂ ਵਿੱਚ ਐਡਮਿਸ਼ਨਾਂ ਫ੍ਰੀ ਕਰਾ ਦਿੰਦੇ ਆ, ਹਸਪਤਾਲਾਂ 'ਚ ਇਲਾਜ ਕਰਾ ਦਿੰਦੇ ਆ। ਉਹ ਲੋਕ ਫਿਰ ਧਨ ਕਰਕੇ ਬਿਰਮਾਵੇ ਫਸ ਜਾਂਦੇ ਨੇ ਇਹਨਾਂ ਪਖੰਡੀਆਂ ਦੇ ਜਾਲ ਵਿੱਚ। ਏਕ ਅਨੇਕ ਜੇ ਅਵਗੁਣਾ 300 ਬਹੁ ਛਾਵਾ। ਪਰ ਅਨੇਕਾਂ ਔਗਣਾ ਰੂਪੀ ਡੱਡੂ ਬਹੁਤੇ ਉਹਦੇ ਵਿੱਚ ਛਾਏ ਨੇ। ਜਿਸ ਤਰ੍ਹਾਂ ਛੱਪੜਾਂ ਵਿੱਚ ਡੱਡੂ ਬਹੁਤੇ ਭਰੇ ਹੁੰਦੇ ਨੇ ਨਾ, ਇੱਥੇ ਪਾਵਨ ਸਰੋਵਰ ਸੱਚਖੰਡ ਹਰਿਮੰਦਰ ਸਾਹਿਬ ਦਾ ਕਵੀ ਨੇ ਬੜਾ ਸੁੰਦਰ ਲਿਖਿਆ ਸੀ। ਕਹਿੰਦਾ ਹੈ ਕਿ ਇਸ ਸਰੋਵਰ ਦੇ ਨੇੜੇ ਨਾ ਤੁਸੀਂ ਬਗਲਾ ਦੇਖੋਗੇ ਤੇ ਨਾ ਡੱਡੂ ਦੇਖੋਗੇ, ਪਰ ਦੂਜੇ ਪਾਸੇ ਜਿਹੜਾ ਛੱਪੜ ਹੈ
ਉੱਥੇ ਅਨੇਕਾਂ ਔਗਣਾ ਰੂਪੀ ਡੱਡੂ ਭਰੇ ਹੋਏ ਹਨ। ਮਤਸਾ ਤ੍ਰਿਸ਼ਨਾ ਦਵੈਸ਼ ਰੇਸ ਸਮੁਦਾਇ ਰਹਾਵਾ। ਮਤਸਰ ਈਰਖਾ, ਤ੍ਰਿਸ਼ਨਾ ਦੀ ਅੱਗ, ਰਿਸ ਸਮੁਦਾਇ ਰਹਾਵਾ, ਕ੍ਰੋਧ ਦੇ ਨਾਲ ਹਿਰਦਾ ਉਸ ਦਾ ਭਰਿਆ ਰਹਿੰਦਾ ਸੀ। ਇਸ ਪ੍ਰਕਾਰ ਪ੍ਰਿਥਿਆ ਕਰੈ ਹਿਤ ਠਗਵੇ ਮੂਢਾ। ਮੂਰਖ ਲੋਕਾਂ ਨੂੰ ਠੱਗਣ ਵਾਸਤੇ ਪ੍ਰਿਥੀ ਚੰਦ ਬਰਾਬਰੀ ਕਰਦਾ ਹੈ। ਬੁੱਧਵਾਨ ਕਿਮ ਭਰਮ ਹੈ ਜਿਨ ਕੇ ਹਿਰਦ ਗੋਡਾ। ਜਿਨ੍ਹਾਂ ਦੇ ਹਿਰਦੇ ਵਿੱਚ ਗੂੜਾ ਆਸ਼ਾ ਹੈ ਉਹ ਕਿੱਦਾਂ ਭਰਮ ਸਕਦੇ ਨੇ। ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਪੜ੍ਹਦੇ ਆ ਨਾ, ਮਹਾਰਾਜ ਕਹਿੰਦੇ ਅਹਿਰਣ ਵਰਗੀ ਮੱਤ ਸਿੱਖ ਦੀ ਹੁੰਦੀ ਹੈ। ਅਹਿਰਣ ਦੇ ਉੱਤੇ ਕਿੰਨੇ ਹਥੋੜੇ ਵੱਜਦੇ ਨੇ ਪਰ ਉਹ ਅਡੋਲ ਰਹਿੰਦੀ ਹੈ। ਇਸੇ ਤਰ੍ਹਾਂ ਸਿੱਖ ਦੀ ਮੱਤ ਹੈ ਅਹਿਰਣ ਵਰਗੀ, ਅਡੋਲ ਬਿਰਤੀ ਰੱਖਣੀ। ਐਵੇਂ ਨਹੀਂ ਨਾ ਪਖੰਡੀਆਂ ਦੀ ਜਾਲ ਵਿੱਚ ਫਸ ਕੇ ਇਹਨਾਂ ਦੇ ਪਿੱਛੇ ਤੁਰ ਪੈਣਾ। ਸਿੱਖ ਜਿਹੜਾ ਹੈ ਗੁਰੂ ਨਾਨਕ ਸਾਹਿਬ ਦਾ, ਉਹ ਆਪਣੀ ਮੱਤ ਅਡੋਲ ਰੱਖਦਾ ਹੈ। ਅਹਿਰਣ ਮੱਤ ਵੇਦ ਹਥਿਆ, ਜਿੰਨੇ ਮਰਜੀ ਗਿਆਨ ਦੇ ਹਥੋੜੇ ਵੱਜਣ ਪਰ ਉਹ ਆਪਣੀ ਮੱਤ ਨੂੰ ਡੋਲਣ ਨਹੀਂ ਦਿੰਦਾ। ਇਹ ਨਹੀਂ ਕਿ ਕਿਤੇ ਅੱਜ ਕਿਸੇ ਨੇ 4 ਗੱਲਾਂ ਕੀਤੀਆਂ ਉਹਦੇ ਪਿੱਛੇ ਲੱਗ ਤੁਰੇ, ਕਿਸੇ ਨੇ ਕੋਈ ਸਹੂਲਤ ਦਿੱਤੀ ਉਹਦੀ ਵਾਵਾ ਕਰਨ ਲੱਗ ਪਏ, ਇੰਜ ਨਹੀਂ। ਇੱਥੇ ਤਾਂ ਗੁਰੂ ਸਾਹਿਬ ਨੇ ਪਹਿਲਾਂ ਸਿਰ ਮੰਗਿਆ, ਫਿਰ ਸਹੂਲਤਾਂ ਕਿਉਂ ਭਾਲਦੇ ਹਾਂ। ਇੱਥੇ ਸਹੂਲਤ ਦੀ ਗੱਲ ਕਰੀਏ ਜੀ, ਇਹਨਾਂ ਨੇ ਆਹ ਨਹੀਂ ਦਿੱਤਾ ਉਹ ਨਹੀਂ ਦਿੱਤਾ, ਇਹ ਤਾਂ ਜਿਹੜਾ ਗੁਰੂ ਕੀ ਕਮਾਈ, ਗੁਰੂ ਕਾ ਦਸਵੰਧ ਸੰਗਤ ਦਾ ਆਉਂਦਾ ਹੈ, ਜਿਹੜਾ ਉਹਨੂੰ ਆਪਣੇ ਪਰਸਨਲ ਕੰਮਾਂ ਦੇ ਵਿੱਚ ਵਰਤ ਰਿਹਾ ਉਹਦਾ ਲੇਖਾ ਤੇ ਉਹਨੇ ਦੇਣਾ ਹੈ। ਇਸ ਲਈ ਤੁਮ ਕਿਉਂ ਭਇਓ ਉਦਾਸ। ਪਰ ਗੱਲ ਇਹ ਹੈ ਕਿ ਜੇ ਆਪਾਂ ਇਕੱਲੀ ਸਹੂਲਤ ਦੀ ਗੱਲ ਕਰੀਏ, ਇੱਥੇ ਗੁਰੂ ਸਾਹਿਬ ਨੇ ਕਿਹਾ ਪਹਿਲਾਂ ਸੀਸ ਤਲੀ ਤੇ ਤਰ ਫੇਰ ਆਈ। ਫਿਰ ਕਿਉਂ ਆ ਕੇ ਕਹਿੰਦੇ ਆ ਕਿ ਜੇ ਸਹੂਲਤ ਮਿਲਦੀ ਤੇ ਇੰਨਾ ਇਕੱਠ ਹੋ ਜਾਣਾ ਸੀ। ਇੱਥੇ ਇਕੱਠ ਦੀ ਲੋੜ ਨਹੀਂ, ਇੱਥੇ ਉਹਨਾਂ ਦੀ ਲੋੜ ਹੈ ਜਿਹੜੇ ਸੀਸ ਤਲੀ ਤੇ ਧਰ ਕੇ ਗੁਰੂ ਦੇ ਚਰਨਾਂ ਵਿੱਚ ਆਏ ਹਨ। ਸੋ ਰਹੋ ਵਿਚਾਰ, ਕਹਿੰਦੇ ਇਸ ਪ੍ਰਕਾਰ ਪ੍ਰਿਥਿਆ ਕਰੈ ਹਿਤ ਠਗਵੇ ਮੂਢਾ। ਮੂਰਖ ਲੋਕਾਂ ਨੂੰ ਠੱਗਣ ਵਾਸਤੇ ਪ੍ਰਿਥੀ ਚੰਦ ਨੇ ਕੰਮ ਕੀਤਾ ਸੀ। ਬੁੱਧਵਾਨ ਕਿਮ ਭਰਮ ਹੈ ਜਿਨ ਕੋ ਹਿਰਦ ਗੂਢਾ। ਪਰ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਪ੍ਰਤੀ ਭਰੋਸਾ ਹੈ ਉਹ ਬੁੱਧੀਮਾਨ ਸਿੱਖ ਜਿਹੜੇ ਨੇ ਉਹ ਕਦੇ ਭਰਮਦੇ ਨਹੀਂ ਹਨ। ਮੰਦਰ ਚਾਰ ਬਣਾਏ ਕਾ ਅੰਦਰ ਤੇ ਬੈਸੀ। ਸੋਹਣਾ ਉਹਨੇ ਇਮਾਰਤ ਤਿਆਰ ਕਰਵਾ ਲਈ ਹਰਿਮੰਦਰ ਸਾਹਿਬ ਵਰਗੀ। ਉਸ ਮੰਦਰ ਵਿੱਚ, ਉਸ ਸਥਾਨ ਵਿੱਚ ਆਪ ਜਾ ਕੇ ਬੈਠ ਗਿਆ। ਲਖੇ ਕੇ ਸੰਗਤ ਆਏ ਹੈ ਅੰਮ੍ਰਿਤਸਰ ਜੈਸੀ। ਮਨ ਵਿੱਚ ਕੀ ਸੋਚ ਰਿਹਾ ਸੀ? ਬਹੁਤੀ ਸੰਗਤ ਆਵੇਗੀ। ਕਿਸ ਤਰ੍ਹਾਂ? ਜਿਸ ਤਰ੍ਹਾਂ ਅੰਮ੍ਰਿਤਸਰ ਇਕੱਠ ਹੁੰਦਾ ਹੈ। ਪਰ ਭਾਈ ਸੰਤੋਖ ਸਿੰਘ ਪਹਿਲਾਂ ਮਹਿਮਾ ਬਿਆਨ ਕਰ ਗਏ ਨੇ ਕਿ ਇੱਕ ਪਾਸੇ ਅੰਮ੍ਰਿਤ ਸਰੋਵਰ ਹੈ, ਇਹ ਮਾਨ ਸਰੋਵਰ ਦੀ ਨਿਆਈ, ਜਿੱਥੇ ਹੰਸ ਆਉਂਦੇ ਨੇ ਤੇ ਮੋਤੀ ਚੁਗਦੇ ਨੇ। ਹੰਸਾਂ ਵਰਗੇ ਸਿੱਖ ਆਉਂਦੇ ਨੇ, ਸੰਤ ਜਨ ਆਉਂਦੇ ਨੇ, ਅੰਮ੍ਰਿਤ ਰੂਪੀ ਕੀਰਤਨ ਸੁਣਦੇ ਨੇ ਤੇ ਮੁਕਤੀ ਰੂਪੀ ਮੋਤੀ ਪ੍ਰਾਪਤ ਕਰਦੇ। ਨਹੀਂ ਬਰਾਬਰੀ ਕਰ ਸਕਦਾ ਕੋਈ ਚਾਹ ਕਰਕੇ ਵੀ। ਇਹ ਸਥਾਨ ਨੂੰ ਕਿੰਨੀ ਵਾਰ ਢਾਇਆ ਗਿਆ ਪਰ ਸਿੱਖਾਂ ਨੇ ਫਿਰ ਉਹ ਸਥਾਨ ਉਸੇ ਤਰ੍ਹਾਂ ਤਿਆਰ ਕਰਵਾਇਆ। ਇੰਨੀ ਸ਼ਰਧਾ ਇਸ ਅਸਥਾਨ ਪ੍ਰਤੀ ਸਿੱਖਾਂ ਦੇ ਅੰਦਰ। ਇਹ ਅਸਥਾਨ ਉਹ ਹੈ ਜਿਹਦਾ ਇੱਕ ਘੁੱਟ ਵੀ ਸਰੋਵਰ ਵਿੱਚੋਂ ਲੈ ਕੇ ਮੁਰਦੇ ਵੀ ਜਿਹੜੇ ਹਨ ਉਹ ਜੀਵਤ ਹੁੰਦੇ ਤੇ ਜਿਹੜੇ ਕਾਇਰ ਨੇ ਉਹ ਸ਼ੇਰਾਂ ਵਾਂਗੂ ਦਹਾੜਦੇ ਸੀ। ਇਸ ਅਸਥਾਨ ਦੇ ਇਸ਼ਨਾਨ ਬਾਬਤ ਤਾਂ ਸਾਡੇ ਵੱਡ ਵਡੇਰਿਆਂ ਨੇ ਅਰਦਾਸ ਵਿੱਚ ਜਾਚਨਾ ਕੀਤੀ। ਸਿੱਖ ਕਿਤੇ ਵੀ ਹੋਵੇ, ਦੇਸ਼ ਵਿਦੇਸ਼ ਕਿਸੇ ਕੋਨੇ ਵਿੱਚ ਬੈਠਾ ਵੱਸਦਾ ਹੋਵੇ, ਪਰ ਹਰ ਰੋਜ਼ ਅਰਦਾਸ ਵਿੱਚ ਜਾਚਨਾ ਕਰਦਾ ਹੈ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਦਰਸ਼ਨ ਅਤੇ ਇਸ਼ਨਾਨ ਦੀ ਮੰਗ ਕਰਦਾ। ਸਿਰਾਂ ਦੇ ਮੁੱਲ ਤਾਂ ਪਵਾ ਲਏ ਪਰ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਤੋਂ ਵਾਂਝੇ ਨਹੀਂ ਸੀ ਰਹਿੰਦੇ ਸਿੱਖ। ਇੰਨਾ ਚਾਉ ਸੀ, ਅੱਜ ਵੀ ਹੈ, ਰਹਿੰਦੇ ਸਮੇਂ ਤੱਕ ਰਹੇਗਾ। ਮੂਰਖਾਂ ਨੇ, ਨਿੰਦਕਾਂ ਨੇ ਆਪਣਾ ਕਰਮ ਕਰਨਾ ਹੈ, ਪਰ ਜਿਹੜੇ ਗਿਆਨਵਾਨ ਨੇ ਉਹ ਗੁਰੂ ਦੀ ਮੱਤ ਅਨੁਸਾਰ, ਗੁਰੂ ਦੇ ਆਸ਼ੇ ਅਨੁਸਾਰ ਚੱਲਦੇ ਨੇ। ਇਹ ਅੱਜ ਤੋਂ ਨਹੀਂ, ਬੜੇ ਚਿਰ ਤੋਂ ਐਸੇ ਲੋਕ ਹੋਏ ਜਿਹੜੇ ਭਰਮਾਉਣ ਦਾ ਯਤਨ ਕਰਦੇ ਰਹੇ। ਰਹਿੰਦਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨਾਂ 'ਚ ਸਰਵਣ ਕਰਾਂਗੇ ਜੀ। ਜਿਸ ਤਰ੍ਹਾਂ ਬਾਬੇ ਪ੍ਰਿਥੀ ਚੰਦ ਨੇ ਤਾਲ ਤਾਂ ਲਵਾਇਆ ਪਰ ਉੱਥੇ ਇਕੱਠ ਉਹ ਹੋਇਆ ਨਾ। ਫਿਰ ਈਰਖਾ ਦੇ ਵਸ ਹੋਏ। ਫਿਰ ਭਾਈ ਗੁਰਦਾਸ ਸਾਹਿਬ ਨੇ ਜਾ ਕੇ ਸਮਝਾਇਆ ਵੀ। ਜਦੋਂ ਨਾ ਸਮਝੇ ਫਿਰ ਭਾਈ ਗੁਰਦਾਸ ਸਾਹਿਬ ਨੇ ਮੀਣਾ ਲਿਖਿਆ ਸੀ। ਇਹ ਵਿਚਾਰਾਂ ਆਪਾਂ ਆਉਂਦੇ ਦੀਵਾਨਾਂ 'ਚ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ ਜੀ। ਅੱਗੇ ਵਾਸਤੇ ਅਸਤੀਸ ਦੇਣੀ। ਗੁਰੂ ਕਾ ਜਸ ਗਾਉਣ ਦੀ ਜਾਚ ਆ ਜਾਵੇ। ਆਓ 2 ਪੰਕਤੀਆਂ ਸਰਵਣ ਕਰੀਏ। ਇੱਥੇ ਫਤਿਹ ਬੁਲਾਈਏ ਜੀ। ਮੰਦਰ ਚਾਰ ਬਣਾਏ ਕੈ ਅੰਦਰ ਤੇ ਬੈਸੇ, ਲਖੇ ਕੇ ਸੰਗਤ ਆਏ ਹੈ ਅੰਮ੍ਰਿਤਸਰ ਜੈਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।